ਇੰਨਾ ਸੌਖਾ ਹੈ ਟਰੱਕਿੰਗ ਇੰਡਸਟਰੀ ਵਿੱਚ ਜਾਣਾ? ਇੰਨੀ ਸੌਖੀ ਤਾਂ ਇਹ ਮਾਰਕੀਟ ਨਹੀਂ ਹੈ। ਕੋਸ਼ਿਸ਼ ਹਰ ਇੱਕ ਦੀ ਇਹੀ ਹੁੰਦੀ ਕਿ ਜਲਦੀ ਜਲਦੀ ਡਰਾਈਵਰ ਬਣ ਕੇ ਪੈਸਾ ਕਮਾਉਣਾ ਸ਼ੁਰੂ ਕਰ ਦਿਓ। ਪ੍ਰੋਪਰ ਤਰੀਕੇ ਨਾਲ ਸਿੱਖੋ, ਕੋਈ ਪੈਸਾ ਦੇ ਕੇ ਕੋਈ ਟੈਸਟ ਪਾਸ ਨਾ ਕਰੋ। ਇੰਗਲਿਸ਼ ਜ਼ਰੂਰੀ ਹੈਗੀ ਹੈ, ਗਲਤੀ ਹੋਣ ਲੱਗੇ ਸੈਕਿੰਡ ਲੱਗਦਾ ਹੈਗਾ। ਸਹੀ ਇੰਸਟੀਚਿਊਟ ਕਿਹੜਾ, ਇਸ ਦੀ ਚੋਣ ਕਿਵੇਂ ਕੀਤੀ ਜਾਏ? ਅਰਨਿੰਗ ਬਾਰੇ ਜਾਂ ਤੁਸੀਂ ਕਿਤੇ ਸਟਾਪ ਕਰਨਾ ਹੈਗਾ, ਕਿੰਨਾ ਹੈਵੀ ਲੋਡ ਤੁਹਾਡੇ ਕੋਲ ਹੈਗਾ, ਹਰ ਇੱਕ ਚੀਜ਼ ਦੀ ਤਾਂ ਨੌਲੇਜ ਹੋਣੀ ਚਾਹੀਦੀ ਹੈ। ਫੋਨ ਜਾਂ YouTube ਦੇ ਉੱਤੇ ਦੇਖ ਕੇ ਤਾਂ ਡਰਾਈਵਰ ਨਹੀਂ ਬਣਿਆ ਜਾਂਦਾ। ਲੋਡ ਦਾ ਪ੍ਰਾਈਸ ਨਹੀਂ ਵੱਧ ਰਿਹਾ? ਇੱਕ ਬੰਦਾ ਗਲਤੀ ਕਰਦਾ ਔਰ ਬ੍ਰੋਕਰ ਉੱਥੇ ਸੈੱਟ ਕਰ ਲੈਂਦਾ ਪ੍ਰਾਈਸ ਨੂੰ ਆਪਣੀ। ਕਈ ਵਾਰ ਤਾਂ ਡਰਾਈਵਰੀ ਵੀ ਨਹੀਂ ਬਚਦੀ ਉਹਨੂੰ, ਫਿਰ ਵੀ ਚਲਾ ਰਹੇ ਆ। ਇੰਨਾ ਪੈਸਾ ਹੈਗਾ ਕਿ ਉਹ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ? ਤਰੀਕੇ ਨਾਲ ਕੰਮ ਕੀਤਾ ਜਾਵੇ, ਮੈਨੇਜਮੈਂਟ ਸਹੀ ਹੋਵੇ। ਡਰਾਈਵਰ ਦੀ ਸ਼ਾਰਟੇਜ ਤਾਂ ਬਹੁਤ ਜ਼ਿਆਦਾ ਹੈਗੀ ਆ। ਡਰਾਈਵਰਾਂ ਨਾਲ ਸਹੀ ਵਰਤਾਰਾ ਕਰਦੇ ਹੋ, ਤੁਹਾਡੇ ਕੋਲੇ ਬ੍ਰੋਕਰ ਪੱਕੇ ਹੈਗੇ ਆ ਤੇ ਆਫਕੋਰਸ ਪੈਸਾ ਹੈਗਾ ਇਹਦੇ ਵਿੱਚ ਹੀ। ਆਟੋਮੈਟਿਕ ਟਰੱਕਸ ਵਿੱਚ ਹਾਦਸਿਆਂ ਦੀ ਵਿੱਚ ਗਿਰਾਵਟ ਆਏਗੀ? ਐਕਸੀਡੈਂਟ ਰੇਸ਼ੀਓ ਹੋਊਗੀ ਉਹ 10% ਰਹਿ ਜੂਗੀ, ਜੋ ਹੁਣ ਤੱਕ ਨੂੰ 80% ਕਿੱਥੇ ਪਹੁੰਚੀ ਹੋਈ ਹੈ। ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ? ਸਹੀ ਤਰੀਕੇ ਨਾਲ ਕੰਮ ਕਰੋ, ਲੌਂਗ ਟਰਮ ਲਈ ਕੰਮ ਕਰਨਾ, ਇਹ ਸੋਚ ਕੇ ਆਓ। ਪੰਜਾਬੀ ਉਹ ਜੰਮਦਾ ਹੀ ਡਰਾਈਵਰ ਆਈ ਸਹੀ ਦੇ ਵਿੱਚ ਤਾਂ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ ਤੇ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਦ ਬਿਗ ਪੁਆਇੰਟ। ਅੱਜ ਮੈਂ ਓਹਾਇਓ ਸੂਬੇ ਦੇ ਇੱਕ ਬੜੇ ਹੀ ਸੋਹਣੇ ਸ਼ਹਿਰ ਡੇਟਨ ਵਿੱਚ ਮੌਜੂਦ ਹਾਂ ਔਰ ਅੱਜ ਦਾ ਜਿਹੜਾ ਬਿਗ ਪੁਆਇੰਟ ਹੈ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਹੈ, ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਦੀ ਟਰੱਕਿੰਗ ਇੰਡਸਟਰੀ ਦੀ। ਜੀ ਹਾਂ, ਟਰੱਕਿੰਗ ਇੰਡਸਟਰੀ ਦੇ ਇੱਕ ਬਾਦਸ਼ਾਹ ਸਾਡੇ ਨਾਲ ਬੈਠੇ ਨੇ ਡੇਟਨ ਸ਼ਹਿਰ ਵਿੱਚ। ਅੱਜ ਮੇਰਾ ਸਾਥ ਦੇ ਰਹੇ ਨੇ ਦ ਬਿਗ ਪੁਆਇੰਟ ਵਿੱਚ ਬੌਬੀ ਸਿੱਧੂ ਜੀ। ਬੌਬੀ ਸਿੱਧੂ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਵਰਮਾਨੀ। ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਆਪਣਾ ਸਾਨੂੰ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਜੀ ਵੀ ਮੀਡੀਆ ਦਾ ਵੀ ਬਹੁਤ ਧੰਨਵਾਦ। ਤੁਸੀਂ ਡੇਟਨ ਵਿੱਚ ਆਏ, ਬੜੀ ਖੁਸ਼ੀ ਮਿਲ ਕੇ ਤੁਹਾਨੂੰ। ਸਾਨੂੰ ਖੁਸ਼ੀ ਜ਼ਿਆਦਾ ਜੀ। ਅੱਜ ਸਾਡੇ ਨਾਲ ਬੌਬੀ ਸਿੱਧੂ ਸਾਹਿਬ ਕਿਉਂ ਨੇ? ਕਿਉਂਕਿ ਅੱਜ ਅਸੀਂ ਕਰਾਂਗੇ ਗੱਲ ਟਰੱਕਿੰਗ ਇੰਡਸਟਰੀ ਦੀ, ਕਿਉਂਕਿ ਟਰੱਕਿੰਗ ਇੰਡਸਟਰੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਅਮਰੀਕਾ ਦੀ ਲਾਈਫ ਲਾਈਨ ਹੈ ਟਰੱਕਿੰਗ ਇੰਡਸਟਰੀ। ਕਿਉਂਕਿ ਜਿੰਨੇ ਵੀ ਪੰਜਾਬੀ ਸਾਡੇ ਨੌਜਵਾਨ ਆਉਂਦੇ ਨੇ, ਜੇਕਰ ਉਹ ਘੱਟ ਪੜ੍ਹੇ ਲਿਖੇ ਨੇ ਤਾਂ ਉਹਨਾਂ ਦੀ ਸਭ ਤੋਂ ਜਿਹੜੀ ਪਹਿਲੀ ਪ੍ਰਾਇੋਰਟੀ ਲੈਂਦੀ ਜਾਂਦੀ ਹੈ ਉਹ ਰਹਿੰਦੀ ਹੈ ਕਿ ਅਸੀਂ ਟਰੱਕ ਡਰਾਈਵਰ ਬਣ ਜਾਈਏ ਕਿਸੇ ਤਰੀਕੇ ਨਾਲ, ਕਿਉਂਕਿ ਟਰੱਕਿੰਗ ਵਿੱਚ ਪੈਸਾ ਵੀ ਬਹੁਤ ਹੈ ਪਰ ਰਿਸਕ ਵਾਲੀ ਜੌਬ ਵੀ ਇਹ ਬਹੁਤ ਜ਼ਿਆਦਾ ਹੈਗੀ ਹੈ। ਪਰ ਟਰੱਕਿੰਗ ਇੰਡਸਟਰੀ ਵਿੱਚ ਕਿਉਂਕਿ ਪੈਸਾ ਬਹੁਤ ਜ਼ਿਆਦਾ, ਤਾਂ ਸਾਡੇ ਜਿਹੜੇ ਨੌਜਵਾਨ ਨੇ ਇਸ ਲਾਈਨ ਵਿੱਚ ਆਉਣਾ ਤਾਂ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਸ ਲਾਈਨ ਵਿੱਚ ਆ ਕੇ ਕਿਹੜੀਆਂ ਖਾਮੀਆਂ ਉਹਨਾਂ ਨੂੰ ਦੂਰ ਕਰਨੀਆਂ ਚਾਹੀਦੀਆਂ ਨੇ ਔਰ ਕਿਸ ਤਰ੍ਹਾਂ ਨਾਲ ਉਹ ਅੱਗੇ ਵੱਧ ਸਕਦੇ ਨੇ। ਸੋ ਬੌਬੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਪਿਛੋਕੜ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ, ਕਿਉਂਕਿ ਤੁਸੀਂ ਇੱਕ ਬਹੁਤ ਵਧੀਆ ਕੰਪਨੀ ਹੈ ਇੱਥੇ ਡੇਟਨ ਸ਼ਹਿਰ ਵਿੱਚ, ਮਾਲਵਾ ਕੰਪਨੀ ਜਿਹੜੀ ਹੈਗੀ ਤੁਸੀਂ ਚਲਾ ਰਹੇ ਹੋ। ਜੀ। ਨਾ ਸਿਰਫ ਤੁਹਾਡੇ ਆਪਣੇ ਟਰੱਕ ਨੇ ਬਲਕਿ ਤੁਸੀਂ ਇੱਥੇ ਆਪਣੀ ਵਰਕਸ਼ਾਪ ਵੀ ਹੈਗੀ ਆ। ਅਸੀਂ ਇਸ ਸਮੇਂ ਇਹਨਾਂ ਦੀ ਵਰਕਸ਼ਾਪ ਵਿੱਚ ਹੀ ਬੈਠੇ ਹਾਂ। ਪਿੱਛੇ ਟਰੱਕ ਵੀ ਤੁਸੀਂ ਦੇਖ ਰਹੇ ਹੋ। ਕਿਸੇ ਨਾ ਕਿਸੇ ਤਰੀਕੇ ਨਾਲ ਕਾਫੀ ਜਿਹੜੇ ਲੋਕ ਨੇ ਇਹਨਾਂ ਨਾਲ ਜੁੜੇ ਹੋਏ ਨੇ, ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਏ। ਸੋ ਬੌਬੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੀ ਇਸ ਟਰੱਕਿੰਗ ਇੰਡਸਟਰੀ ਦੀ ਸ਼ੁਰੂਆਤ ਕਦੋਂ ਹੋਈ ਹੈ, ਇਹ ਸਾਡੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਸਾਡੇ ਵਿਊਅਰਸ ਜ਼ਰੂਰ ਜਾਣਨਾ ਚਾਹਾਂਗੇ। ਜੀ ਵਰਮਾਨੀ ਜੀ, ਮੈਂ 1995 ਦੇ ਵਿੱਚ ਇੱਥੇ US ਵਿੱਚ ਆਇਆ ਸੀਗਾ ਜੀ। ਮੇਰੇ ਡੈਡੀ ਪਹਿਲਾਂ ਇੱਥੇ ਸੀ ਤੇ ਉਹਨਾਂ ਦੇ ਜਰੀਏ ਮੈਂ ਇੱਥੇ ਆਇਆ ਸੀ। ਸਭ ਤੋਂ ਪਹਿਲਾਂ ਮੈਂ ਫਿਲਾਡੈਲਫੀਆ ਪੈਨਸਿਲਵੇਨੀਆ ਸੀ ਤੇ 2011 ਦੇ ਵਿੱਚ ਮੈਂ ਇੱਥੇ ਓਹਾਇਓ ਮੂਵ ਹੋਇਆ ਜੀ। ਪਰ ਟਰੱਕਿੰਗ ਦੇ ਵਿੱਚ ਮੈਂ 2000 ਦੇ ਵਿੱਚ ਸ਼ੁਰੂਆਤ ਕੀਤੀ ਹੈ। ਮੈਂ ਪੈਨਸਿਲਵੇਨੀਆ ਤੋਂ ਸ਼ੁਰੂਆਤ ਕੀਤੀ, ਲਾਇਸੈਂਸ ਲਿਆ ਸੀ ਜੀ। ਤੇ ਉੱਥੋਂ ਫਿਰ ਚੱਲਦੇ ਫਿਰ ਹੌਲੀ ਪਹਿਲਾਂ ਲੋਕਲ ਕੰਮ ਕਰਦੇ ਸੀ, ਉੱਥੇ ਕੰਟੇਨਰ 'ਤੇ ਕੰਮ ਕਰਦੇ ਸੀ। ਉਸ ਟਾਈਮ ਦੇ ਵਿੱਚ ਜ਼ਿਆਦਾ ਇੰਨੇ ਸੋਰਸਿਸ ਨਹੀਂ ਸੀਗੇ ਤੇ ਜਿਸ ਤਰ੍ਹਾਂ ਫੋਨ ਵੀ ਨਹੀਂ ਸੀ, GPS ਵੀ ਨਹੀਂ ਸੀ। ਜਿਹੜੀਆਂ ਕੰਪਨੀਆਂ ਇੱਕ ਨਾਲ ਹੀ ਕੰਮ ਕਰਦੀ, 10 ਸਾਲ ਮੈਂ ਇੱਕ ਕੰਪਨੀ ਨਾਲ ਹੀ ਕੰਮ ਕੀਤਾ ਉੱਥੇ। ਪਰ ਬਹੁਤ ਵਧੀਆ, ਉਹਨਾਂ ਨੇ ਵੀ ਸਪੋਰਟ ਪੂਰੀ ਕੀਤੀ। ਉੱਥੋਂ ਮੈਂ ਇੱਕ ਟਰੱਕ ਤੋਂ ਸ਼ੁਰੂ ਕੀਤਾ ਤੇ 35-40 ਟਰੱਕ ਮੈਂ ਉੱਥੇ ਸੀ ਮੇਰੇ ਕੋਲ, ਵਧੀਆ ਕੰਪਨੀ ਸੀ ਜੀ। ਉਸ ਤੋਂ ਬਾਅਦ ਫਿਰ 2009 ਦੇ ਵਿੱਚ ਥੋੜ੍ਹਾ ਰਿਸੈਸ਼ਨ ਆਇਆ ਤੇ ਥੋੜ੍ਹਾ ਅਪ ਡਾਊਨਸ ਤੁਹਾਨੂੰ ਪਤਾ ਚੱਲਦੇ ਰਹਿੰਦੇ ਜ਼ਿੰਦਗੀ ਦੇ ਵਿੱਚ। ਬਿਲਕੁਲ। ਫਿਰ ਮੈਨੂੰ ਟਰੱਕ ਵੇਚਣੇ ਪੈ ਗਏ ਥੋੜ੍ਹੇ, ਫਿਰ ਦੁਬਾਰਾ ਤੋਂ ਫਿਰ ਮੈਂ ਰੀਸਟਾਰਟ ਕੀਤਾ ਕੰਮ ਆਪਣਾ। ਫਿਰ ਜੀ 2011 ਵਿੱਚ ਮੈਂ ਇੱਥੇ ਓਹਾਇਓ ਮੂਵ ਹੋ ਗਿਆ ਆਪਣੇ ਅੰਕਲ ਕੋਲ ਤੇ ਇੱਥੇ ਐਕਚੁਅਲੀ ਜ਼ਿੰਦਗੀ ਦੀ ਸ਼ੁਰੂਆਤ ਫਿਰ ਸ਼ੁਰੂ ਤੋਂ ਹੀ ਕਰਨੀ ਪਈ ਜੀ। ਪਰ ਵਧੀਆ ਲੱਗਿਆ, ਜਿਵੇਂ ਕੁਛ ਹੁੰਦਾ ਹੈ ਕਿ ਤੁਸੀਂ ਮਿਹਨਤ ਕਰਦੇ ਆ ਤੇ ਉਹਦਾ ਫਲ ਵੀ ਜ਼ਰੂਰ ਮਿਲਦਾ। ਬਿਲਕੁਲ। ਪਰ ਅੱਜ ਆਪਾਂ ਉਸ ਜਗ੍ਹਾ 'ਤੇ ਹੈ ਕਿ ਵਾਹਿਗੁਰੂ ਨੇ ਜੋ ਬੰਦੇ ਦੀ ਇੱਕ ਉਮੀਦ ਹੁੰਦੀ ਕਿ ਮੈਨੂੰ ਇਹ ਚੀਜ਼ ਲਾਈਫ ਦੇ ਵਿੱਚ ਚਾਹੀਦੀ ਆ, ਆਪਾਂ ਨੂੰ ਰੱਬ ਨੇ ਸਭ ਕੁਝ ਉਹ ਦੇ ਦਿੱਤਾ ਤੇ ਪੂਰੀ ਖੁਸ਼ੀ ਹੋਈ ਕਿ ਜਿੰਨੇ ਮਿਹਨਤ ਕੀਤੀ ਉਹਦਾ ਪੂਰਾ ਮੁੱਲ ਪਿਆ। ਬਿਲਕੁਲ, ਮੁੱਲ ਪੈਣਾ ਵੀ ਚਾਹੀਦਾ, ਕਿਉਂਕਿ ਜਦੋਂ ਮਿਹਨਤ ਕਰਕੇ ਬੰਦਾ ਅੱਗੇ ਵੱਧਦਾ ਤਾਂ ਮੁੱਲ ਪਏ ਤਾਂ ਜ਼ਿਆਦਾ ਖੁਸ਼ੀ ਵੀ ਮਿਲਦੀ ਹੈ। ਫਲ ਤਾਂ ਹੀ ਮਿਲਦਾ ਜੇਕਰ ਤੁਸੀਂ ਇੱਕ ਦਰਖਤ ਨੂੰ ਚੰਗਾ ਪਾਣੀ ਦਿੰਦੇ ਹੋ, ਖਾਦ ਦਿੰਦੇ ਹੋ। ਸੋ ਤੁਸੀਂ ਆਪਣੀ ਮਿਹਨਤ ਕੀਤੀ ਹੈ ਕਿ ਤਾਂ ਹੀ ਤੁਸੀਂ ਅੱਜ ਇੱਥੇ ਪਹੁੰਚੇ ਹੋਏ ਹੋ। ਲੇਕਿਨ ਸਭ ਤੋਂ ਖਾਸ ਗੱਲ ਇਹ ਹੈ ਕਿ ਲੋਕੀ
ਟਰੱਕਿੰਗ ਇੰਡਸਟਰੀ ਨੂੰ ਬੜਾ ਸਸਤਾ ਸੌਦਾ ਸਮਝਦੇ ਨੇ, ਬੜਾ ਸਸਤੀ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਬੜਾ ਸੌਖਾ ਜਿਹਾ ਹੈਗਾ ਕਿ ਤੁਸੀਂ ਪੰਜਾਬ ਤੋਂ ਆਓ ਜਾਂ ਭਾਰਤ ਤੋਂ ਆਓ ਜਾਂ ਹੋਰ ਕਿਸੇ ਮੁਲਕ ਤੋਂ ਆਓ, ਇੱਥੋਂ ਦੀ ਲਾਇਸੈਂਸ ਲਓ ਕਿਸੇ ਤਰੀਕੇ ਨਾਲ, ਲਾਇਸੈਂਸ ਲੈ ਲਿਆ ਤੇ ਉਸ ਤੋਂ ਬਾਅਦ ਟਰੱਕਿੰਗ ਇੰਡਸਟਰੀ 'ਚ ਪੈ ਜਾਓ। ਕੀ ਵਾਕਈ ਇੰਨਾ ਸੌਖਾ ਹੈ ਟਰੱਕਿੰਗ ਇੰਡਸਟਰੀ ਵਿੱਚ ਜਾਣਾ? ਦੇਖੋ ਜੀ, ਇਹ ਅੱਜ ਕੱਲ੍ਹ ਕੀ ਹੈਗਾ ਕਿ ਆਪਾਂ ਨੂੰ ਸਪੋਰਟ ਕਰਨ ਵਾਲਾ ਕੋਈ ਅੱਗੋਂ ਮਿਲ ਜਾਵੇ ਤਾਂ ਸੌਖਾ ਵੀ ਹੈਗਾ, ਪਰ ਜੇ ਤੁਸੀਂ ਆਪਣੇ ਤਰੀਕੇ ਨਾਲ ਆਪਣੇ ਇਕੱਲੇ ਤੌਰ 'ਤੇ ਤੁਸੀਂ ਜਾਣਾ ਹੋਵੇ ਤਾਂ ਉਹਦੇ ਵਿੱਚ ਫਿਰ ਬਹੁਤ ਔਕੜਾਂ ਵੀ ਹੁੰਦੀਆਂ ਹੈਗੀਆਂ ਜੀ। ਪਰ ਜਿਵੇਂ ਤੁਸੀਂ ਕਹਿੰਦੇ ਕਿ ਬਹੁਤ ਸੌਖਾ ਲੱਗਦਾ ਹੈਗਾ, ਇਹ ਇੰਨੀ ਸੌਖੀ ਤਾਂ ਇਹ ਮਾਰਕੀਟ ਨਹੀਂ ਹੈ ਟਰੱਕਿੰਗ ਦੀ। ਪਰ ਆਪਣੇ ਲੋਕਾਂ ਨੇ ਜਿਹੜੇ ਅੱਜ ਕੱਲ੍ਹ ਆ ਰਹੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਤੁਸੀਂ ਆਏ ਆ, ਲਾਇਸੈਂਸ ਲਿਆ, 3 ਮਹੀਨੇ ਕਿਸੇ ਦਾ ਟਰੱਕ ਚਲਾਇਆ, ਉਸ ਤੋਂ ਬਾਅਦ ਆਪਣਾ ਟਰੱਕ ਲੈ ਲਿਆ ਜੀ ਅਤੇ ਤੁਸੀਂ ਜੀ ਓਨਰ ਆਪਰੇਟਰ ਬਣ ਗਏ, ਪਰ ਦੈਟਸ ਨਾਟ ਦ ਰਾਈਟ ਵੇ ਟੂ ਡੂ ਇਟ। ਪਰ ਅਸਲ ਤਰੀਕਾ ਕੀ ਹੋਣਾ ਚਾਹੀਦਾ? ਕਿਉਂਕਿ ਅਸੀਂ ਨੌਜਵਾਨਾਂ ਨੂੰ ਉਹ ਦੱਸਣ ਦੀ ਕੋਸ਼ਿਸ਼ ਇਸ ਪ੍ਰੋਗਰਾਮ 'ਤੇ ਜ਼ਰੂਰ ਕਰਾਂਗੇ, ਕਿਉਂਕਿ ਜਿਹੜੇ ਲੋਕਾਂ ਦੇ ਮਨ ਵਿੱਚ ਇਹ ਹੈਗੀ ਹੈ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਭਰਾ, ਉਹਨਾਂ ਦੇ ਚਾਚਾ ਮਾਮਾ, ਕੋਈ ਨਾ ਕੋਈ ਯਾਰ ਦੋਸਤ ਕਿਤੇ ਨਾ ਕਿਤੇ ਟਰੱਕਿੰਗ ਇੰਡਸਟਰੀ 'ਚ ਜੁੜਿਆ ਹੁੰਦਾ ਤਾਂ ਉਹਨਾਂ ਨੂੰ ਅਪੀਲ ਕਰਦਾ ਕਿ ਆ ਜਾਓ ਵੀ ਇੱਥੇ ਤਾਂ ਬਹੁਤ ਹੈ, ਕਿਉਂਕਿ ਨੌਕਰੀ ਘੱਟ ਨਹੀਂ ਹੈਗੀ ਹੈ ਅੱਜ ਦੇ ਸਮੇਂ ਵਿੱਚ। ਜੇਕਰ ਅਸੀਂ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ ਤਾਂ ਟਰੱਕ ਇੰਡਸਟਰੀ ਵਿੱਚ ਡਰਾਈਵਰਸ ਦੀ ਕਮੀ ਹੈ, ਹਮੇਸ਼ਾ ਦੇਖੀ ਜਾਂਦੀ ਹੈ, ਵਰਕਸ਼ਾਪ 'ਤੇ ਵੀ ਇੰਜੀਨੀਅਰਸ ਦੀ ਕਮੀ ਦੇਖੀ ਜਾਂਦੀ ਹੈ। ਪਰ ਕੀ ਉਹਨਾਂ ਦੇ ਲਈ ਸਹੀ ਰਸਤਾ ਕੀ ਹੋਣਾ ਚਾਹੀਦਾ ਹੈ? ਕਿਉਂਕਿ ਇੱਥੇ ਆਉਣ ਤੋਂ ਬਾਅਦ ਜੇਕਰ ਉਹਨਾਂ ਨੇ ਟਰੱਕਿੰਗ ਇੰਡਸਟਰੀ ਵਿੱਚ ਜਾਣਾ ਹੈ ਤਾਂ ਪਹਿਲਾ ਇਨੀਸ਼ੀਅਲ ਸਟੈਪ ਕੀ ਹੋਣਾ ਚਾਹੀਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤਾਂ ਇਹੀ ਕੋਸ਼ਿਸ਼ ਕਰਦਾ ਨਾ, ਕੋਈ ਵੀ ਮੇਰੇ ਕੋਲ ਵੀ ਜੇ ਕੋਈ ਬੰਦਾ ਆਉਂਦਾ ਜਾਂ ਕੋਈ ਮੈਂ ਕਿਸੇ ਨੂੰ ਕੋਈ ਮੈਥੋਂ ਹੈਲਪ ਮੰਗਦਾ ਹੈਗਾ ਕਿ ਟਰੱਕਿੰਗ ਵਿੱਚ ਆਉਣਾ ਚਾਹੁੰਦਾ ਕਿ ਉਹਨੂੰ ਮੈਂ ਸਪੋਰਟ ਕਰਨੀ ਚਾਹੁੰਦਾ, ਮੈਂ ਇਹੀ ਉਹਨੂੰ ਸਮਝਾਉਣਾ ਹੁੰਦਾ ਕਿ ਪਹਿਲਾਂ ਤਾਂ ਤੁਹਾਨੂੰ ਜਿਹੜੀ ਚੀਜ਼ ਤੁਸੀਂ ਚਲਾਉਣੀ ਹੈਗੀ ਆ ਉਹਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਪ੍ਰੋਪਰ ਤਰੀਕੇ ਨਾਲ ਸਿੱਖੋ, ਕੋਈ ਪੈਸਾ ਦੇ ਕੇ ਕੋਈ ਟੈਸਟ ਪਾਸ ਨਾ ਕਰੋ ਜੀ, ਆਪਣੇ ਪੂਰੀ ਸਟੱਡੀ ਕਰੋ, ਕਿਉਂਕਿ ਤੁਸੀਂ ਅਗਰ ਪੰਜਾਬੀ ਤੁਸੀਂ ਕਹਿੰਦੇ ਸਾਨੂੰ ਇੰਗਲਿਸ਼ ਨਹੀਂ ਆਉਂਦੀ ਜੀ, ਤੁਸੀਂ ਸਾਨੂੰ ਨਕਲ ਮਾਰ ਕੇ ਪਾਸ ਕਰਵਾ ਦਿਓ, ਪਾਸ ਤਾਂ ਤੁਸੀਂ ਹੋ ਜਾਓਗੇ, ਪਰ ਰੋਡ ਦੇ ਉੱਤੇ ਜਾ ਕੇ ਕੀ ਕਰੋਗੇ ਜਦ ਤੱਕ ਇੰਗਲਿਸ਼ ਸਾਈਨ ਹੋਣਗੇ ਸਾਰੇ, ਰਾਈਟ? ਬਿਲਕੁਲ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਇੰਗਲਿਸ਼ ਜ਼ਰੂਰੀ ਹੈਗੀ ਹੈ ਇਹਦੇ ਵਿੱਚ, ਪ੍ਰੋਪਰ ਤਰੀਕੇ ਨਾਲ ਸਿੱਖ ਕੇ ਅਗਰ ਲਾਇਸੈਂਸ ਲਿਆ ਜਾਵੇ। ਬੇਸਿਕ ਤਾਂ ਜ਼ਰੂਰੀ ਹੈ, ਤਾਂ ਹੀ ਤੁਸੀਂ ਸਾਈਨ ਪੜ੍ਹ ਪਾਓਗੇ। ਅਗਰ ਤੁਸੀਂ ਹਾਂਜੀ ਉਹੀ ਜੇ ਬੇਸ ਮਜ਼ਬੂਤ ਹੋਊਗਾ ਤੁਸੀਂ ਤਰੱਕੀ ਕਰ ਸਕਦੇ ਹੋ, ਉਹਦੇ ਉੱਪਰ ਤੁਸੀਂ ਜਿੱਦਾਂ ਮਰਜ਼ੀ ਮੀਨਾਰ ਖੜਾ ਕਰ ਸਕਦੇ ਹੋ, ਰਾਈਟ। ਪਰ ਅਗਰ ਤੁਸੀਂ ਪਹਿਲਾਂ ਹੀ ਕੋਸ਼ਿਸ਼ ਹੁੰਦੀ ਹੈ ਕਿ ਓਕੇ ਜੀ ਚੀਟਿੰਗ ਕਰਕੇ ਤੁਸੀਂ ਕੋਈ ਲੈ ਲਿਆ, ਲਾਇਸੈਂਸ ਲੈ ਲਿਆ ਜਾਂ ਪੈਸੇ ਦੇ ਕੇ ਲੈ ਲਿਆ, ਇੱਕ ਨਾ ਇੱਕ ਦਿਨ ਤੁਹਾਨੂੰ ਉਹਦਾ ਮੁੱਲ ਫਿਰ ਮੋੜਨਾ ਪਏਗਾ ਜੀ। ਗਲਤੀ ਹੋਣ ਲੱਗੇ ਸੈਕਿੰਡ ਲੱਗਦਾ ਹੈਗਾ, ਪਰ ਉਹ ਗਲਤੀ ਤੁਹਾਨੂੰ ਬਹੁਤ ਮਹਿੰਗੀ ਪੈ ਜਾਂਦੀ ਹੈ। ਕਈ ਵਾਰ ਤਾਂ ਤੁਸੀਂ ਦੇਖੇ ਹੋਣਾ ਪਿੱਛੇ ਆਪਣੇ ਕਿੰਨੇ ਮੁੰਡੇ ਆਪਣੇ ਬਿਲਕੁਲ ਅਜਾਈ ਚਾਈਨਾ ਵੀ ਗਈਆਂ ਨੇ ਬਿਲਕੁਲ ਹਾਦਸਿਆਂ ਵਿੱਚ, ਬਿਲਕੁਲ। ਉਹ ਮੇਨ ਰੀਜ਼ਨ ਇਹੀ ਹੈ ਜੀ ਕਿ ਉਹਨਾਂ ਨੇ ਜਿਹੜੇ ਲਾਇਸੈਂਸ ਜਾਂ ਤਾਂ ਪੜ੍ਹ ਕੇ ਨਹੀਂ ਲਏ ਜਾਂ ਪ੍ਰੋਪਰ ਟ੍ਰੇਨਿੰਗ ਨਹੀਂ ਲਈ ਜੀ। ਬਿਲਕੁਲ। ਟ੍ਰੇਨਿੰਗ ਅਗਰ ਦੀ ਗੱਲ ਕਰੀਏ, ਇੱਥੋਂ ਦੀ ਟ੍ਰੇਨਿੰਗ ਤੋਂ ਸ਼ੁਰੂ ਕਰਦੇ ਹਾਂ। ਟ੍ਰੇਨਿੰਗ ਦੀ ਜੇਕਰ ਗੱਲ ਕੀਤੀ ਜਾਏ, ਕਿਹੜਾ ਇੰਸਟੀਚਿਊਟ ਬੈਟਰ ਹੋ ਸਕਦਾ ਹੈ, ਕਿਵੇਂ ਪਤਾ ਚੱਲੇਗਾ? ਕਿਉਂਕਿ ਅੱਜ ਬਹੁਤ ਸਾਰੇ ਇੰਸਟੀਚਿਊਟਸ ਹੈਗੇ ਨੇ ਸਾਡੇ ਸਾਹਮਣੇ, ਪਰ ਸਹੀ ਇੰਸਟੀਚਿਊਟ ਕਿਹੜਾ, ਇਸ ਦੀ ਚੋਣ ਕਿਵੇਂ ਕੀਤੀ ਜਾਏ? ਦੇਖੋ ਜੀ, ਸਹੀ ਇੰਸਟੀਚਿਊਟ ਤਾਂ ਤੁਹਾਨੂੰ ਦੱਸ ਸਕਦਾ ਕਿ ਆਪਣੇ ਪੰਜਾਬੀ ਸਕੂਲ ਬਹੁਤ ਹੈ ਖੁੱਲ੍ਹੇ ਹੋਏ ਜੀ, ਪਰ ਉਹਨਾਂ ਦਾ ਕੰਮ ਤਾਂ ਸਿਰਫ ਤੁਹਾਨੂੰ ਇੱਕ ਗਰਾਊਂਡ ਲੈਵਲ 'ਤੇ ਜਾਣਕਾਰੀ ਦੇਣਾ ਹੈਗਾ। ਹਾਂਜੀ, ਪ੍ਰੋਪਰ ਟ੍ਰੇਨਿੰਗ ਤਾਂ ਤੁਹਾਨੂੰ ਉਸ ਟਾਈਮ ਹੀ ਹੋਣੀ ਕਿ ਜਦੋਂ ਤੁਸੀਂ ਆਪਣੇ ਆਪ ਸਟੀਅਰਿੰਗ 'ਤੇ ਬੈਠੋਗੇ, ਹਾਂਜੀ, ਤੁਸੀਂ ਖੁਦ ਉਹਨੂੰ ਕੰਟਰੋਲ ਕਰੋਗੇ, ਉਸ ਤੋਂ ਬਾਅਦ ਹੀ ਸਿੱਖਦਾ। ਕੋਈ ਡਰਾਈਵਿੰਗ ਤਾਂ ਇੱਕ ਐਸੀ ਚੀਜ਼ ਹੈ ਕਿ ਤੁਸੀਂ ਚਾਹੇ ਸਾਰੀ ਲਾਈਫ ਡਰਾਈਵਿੰਗ ਕਰਦੇ ਰਹੋ, ਐਵਰੀ ਡੇ ਤੁਸੀਂ ਕੁਛ ਨਵਾਂ ਸਿੱਖਣ ਨੂੰ ਮਿਲਦਾ ਉਹਦੇ ਵਿੱਚ। ਬਿਲਕੁਲ। ਔਰ ਟ੍ਰੇਨਿੰਗ ਤੁਹਾਡੀ ਕਦੇ ਵੀ ਖਤਮ ਨਹੀਂ ਹੁੰਦੀ ਇਹਦੇ ਵਿੱਚ। ਬਿਲਕੁਲ। ਪਰ ਫਿਰ ਵੀ ਮੈਂ ਤਾਂ ਇਹੀ ਜਿਹੜੇ ਨਵੇਂ ਡਰਾਈਵਰ ਬਣਨਾ ਚਾਹੁੰਦੇ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਪਹਿਲਾਂ ਘੱਟ ਤੋਂ ਘੱਟ 1-2 ਮਹੀਨੇ ਕਿਸੇ ਦੇ ਨਾਲ ਟਰੱਕ ਚਲਾਓ, ਪ੍ਰੋਪਰ ਨੌਲੇਜ ਲਓ, ਤੁਹਾਨੂੰ ਰੋਡ ਬਾਰੇ, ਟਰਨਿੰਗ ਬਾਰੇ, ਜਾਂ ਤੁਸੀਂ ਕਿਸੇ ਸਟਾਪ ਕਰਨਾ ਹੈਗਾ, ਕਿੰਨੀ ਦੂਰ ਤੋਂ ਤੁਸੀਂ ਸਟਾਪ ਕਰਨਾ ਸ਼ੁਰੂ ਕਰਨਾ ਹੈਗਾ, ਕਿੰਨਾ ਹੈਵੀ ਲੋਡ ਤੁਹਾਡੇ ਕੋਲ ਹੈਗਾ, ਹਰ ਇੱਕ ਚੀਜ਼ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਜੀ। ਫੋਨ ਜਾਂ YouTube ਦੇ ਉੱਤੇ ਦੇਖ ਕੇ ਤਾਂ ਡਰਾਈਵਰ ਨਹੀਂ ਬਣਿਆ ਜਾਂਦਾ। ਬਿਲਕੁਲ। ਪਰ ਅੱਜ ਕੱਲ੍ਹ ਤੁਸੀਂ ਸਹੀ ਗੱਲ ਕੀਤੀ ਹੈ, ਕਿਉਂਕਿ ਸੋਸ਼ਲ ਮੀਡੀਆ ਇੱਕ ਐਸਾ ਸਹਾਰਾ ਬਣ ਗਿਆ ਕਿ ਅਸੀਂ ਰਾਤੀ ਸੁੱਤੇ ਹੋਏ ਵੀ ਅਸੀਂ ਜਦੋਂ ਦੇਖਦੇ ਹਾਂ ਕਿ ਹਾਂ ਅਸੀਂ ਕੋਈ ਵੀਡੀਓ ਦੇਖ ਲਈ ਹੈ, 1 ਘੰਟੇ ਦੀ ਵੀਡੀਓ ਦੇਖ ਲਈ, ਮੈਨੂੰ ਸਾਰਾ ਕੁਝ ਗਿਆਨ ਪ੍ਰਾਪਤ ਹੋ ਗਿਆ। ਔਰ ਅੱਜ ਕੱਲ੍ਹ ਤਾਂ ਵੈਸੇ ਵੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਉੱਤੇ ਪਬਲਿਸਿਟੀ ਕਰ ਰਹੀਆਂ ਸਾਰੀਆਂ ਕੰਪਨੀਆਂ ਕਿ ਓਕੇ ਜੀ ਤੁਹਾਨੂੰ 10 ਦਿਨ ਵਿੱਚ ਡਰਾਈਵਰ ਬਣਾ ਦਿਆਂਗੇ, 10 ਦਿਨ ਪਾਇਲਟ ਬਣਾ ਦਿਆਂਗੇ। ਉਹ ਔਰ ਆਪਣੇ ਲੋਕ ਆਪਣੇ ਲੋਕ ਲਾਈਕ ਸਾਰੇ ਜਿਹੜੇ ਨਵੇਂ ਡਰਾਈਵਰ ਬਣਨਾ ਚਾਹੁੰਦੇ ਆ ਜੀ, ਉਹਨਾਂ ਦੀ ਕੋਸ਼ਿਸ਼ ਹਰ ਇੱਕ ਦੀ ਇਹੀ ਹੁੰਦੀ ਕਿ ਜਲਦੀ ਡਰਾਈਵਰ ਬਣ ਕੇ ਪੈਸਾ ਕਮਾਉਣਾ ਸ਼ੁਰੂ ਕਰ ਦਿਓ। ਬਿਲਕੁਲ। ਪਰ ਉਹਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ, ਫਿਰ ਉਹ ਗਲਤੀਆਂ ਇਕੱਲੀਆਂ ਤੁਹਾਨੂੰ ਨਹੀਂ, ਨਾਲ ਤੁਹਾਡੇ ਨਾਲ 10 ਚੱਲਣ ਵਾਲੇ ਆ ਉਹਨਾਂ ਨੂੰ ਵੀ ਭੁਗਤਣੀਆਂ ਪੈ ਜਾਂਦੀਆਂ ਉਹ। ਬਿਲਕੁਲ, ਕਿਉਂਕਿ ਇੱਕ ਜਦੋਂ ਟਰੱਕ ਸੜਕ 'ਤੇ ਚੱਲ ਰਿਹਾ ਹੁੰਦਾ ਹੈ 70 ਮਾਈਲ ਦੀ ਸਪੀਡ 'ਤੇ ਜਾਂ 60 ਮਾਈਲ ਦੀ ਸਪੀਡ 'ਤੇ, ਉਹ ਇੱਕ ਟਰੱਕ ਨਹੀਂ ਚੱਲ ਰਿਹਾ ਹੁੰਦਾ, ਮੈਂ ਤਾਂ ਕਹਾਂਗਾ ਇੱਕ ਉਹ ਮਿਜ਼ਾਈਲ ਜਾ ਰਹੀ ਹੈ, ਨਾਲ ਤੁਹਾਡੇ 10 ਫੈਮਲੀਆਂ ਹੋਰ ਜਾ ਰਹੀਆਂ, ਤੁਸੀਂ ਉਹਨਾਂ ਦੀ ਰਿਸਪੌਂਸਿਬਿਲਿਟੀ ਵੀ ਤੁਹਾਡੇ ਸਿਰ 'ਤੇ ਆ। ਤੁਹਾਡੀ ਇੱਕ ਗਲਤੀ ਜਾਂ ਉਹਨਾਂ ਦੀ ਗਲਤੀ ਨਾਲ ਵੀ ਤੁਹਾਡੇ ਤੋਂ ਕੁਛ ਹੋ ਗਿਆ ਤੇ ਇੰਸ਼ੋਰੈਂਸ ਨੇ ਤਾਂ ਤੁਹਾਨੂੰ ਹੀ ਫੜਨਾ ਹੈਗਾ ਪਹਿਲਾਂ ਆ ਕੇ, ਜਾਂ ਪੁਲਿਸ ਵਾਲੇ ਨੇ ਵੀ ਤੁਹਾਨੂੰ ਹੀ ਕਰਨਾ ਕਿਉਂਕਿ ਵੀ ਤੁਸੀਂ ਕੇਅਰਲੈਸ ਡਰਾਈਵ ਕਰ ਰਹੇ ਸੀ। ਕਿਉਂਕਿ ਹਮੇਸ਼ਾ ਦੇਖਿਆ ਜਾਂਦਾ ਕਿ ਜਦੋਂ ਵੀ ਤੁਸੀਂ ਇੱਕ ਵੱਡਾ
ਜਿਹੜਾ ਵਹੀਕਲ ਹੁੰਦਾ ਛੋਟੇ ਵਹੀਕਲ ਨੂੰ ਟੱਕਰ ਮਾਰਦਾ ਤਾਂ ਗਲਤੀ ਵੱਡੇ ਵਹੀਕਲ ਦੀ ਜ਼ਿਆਦਾ ਨਿਕਲਦੀ ਹੈ। ਤਾਂ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਆਪਣੇ ਇੰਡੀਆ ਵਿੱਚ ਵੀ ਸੇਮ ਹੀ ਹੈ ਜੀ ਕਿ ਵੱਡੀ ਗੱਡੀ ਵਾਲੀ ਦੀ ਗਲਤੀ ਹੈ ਜੀ। ਬਿਲਕੁਲ ਸਹੀ ਗੱਲ ਹੈਗੀ ਹੈ। ਹੁਣ ਅੱਗੇ ਵਧਦੇ ਹਾਂ ਥੋੜ੍ਹਾ ਜਿਹਾ ਕਿ ਜੇਕਰ ਕੋਈ ਡਰਾਈਵਰ ਬਣ ਵੀ ਜਾਂਦਾ, ਠੀਕ ਹੈ, ਉਸ ਨੂੰ ਲੋਡ ਲੈਣਾ ਹੈ ਜਾਂ ਲੋਡ ਚੱਕਣਾ ਹੈ ਜਾਂ ਨਵਾਂ ਟਰੱਕ ਪਾਉਣਾ ਹੈ, ਕਿਵੇਂ ਉਸ ਨੂੰ ਤੁਸੀਂ ਸੁਜੈਸ਼ਨ ਦਿਓਗੇ ਕਿ ਡਰਾਈਵਰ ਬਣਨ ਦੇ ਨਾਲ ਹੀ ਉਸ ਨੂੰ ਆਪਣਾ ਨਵਾਂ ਟਰੱਕ ਪਾ ਲੈਣਾ ਚਾਹੀਦਾ ਹੈ ਜਾਂ ਪਹਿਲਾਂ ਉਹਨੂੰ ਟ੍ਰੇਨਿੰਗ ਕਰਨੀ ਚਾਹੀਦੀ ਹੈ 6-7 ਮਹੀਨੇ ਸਾਲ ਟ੍ਰੇਨਿੰਗ ਕਰਕੇ ਉਸ ਤੋਂ ਬਾਅਦ ਉਹਨੂੰ ਸੋਚਣਾ ਚਾਹੀਦਾ ਕਿ ਨਹੀਂ ਹੁਣ ਮੈਂ ਇਸ ਲਾਇਕ ਹੋ ਗਿਆ ਕਿ ਆਪਣਾ ਟਰੱਕ ਪਾ ਸਕਾਂ? ਜੀ ਵੈਸੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜੀ, ਜਦੋਂ ਮੈਂ ਡਰਾਈਵ ਸ਼ੁਰੂ ਕੀਤੀ ਆ ਉਸ ਟਾਈਮ ਦੇ ਵਿੱਚ ਤਾਂ ਲੋਕ 5-5 6-6 ਸਾਲ ਡਰਾਈਵ ਕਰਕੇ ਫਿਰ ਉਸ ਤੋਂ ਬਾਅਦ ਆਪਣਾ ਸੋਚਦੇ ਸੀ ਜੀ। ਅੱਜ ਕੱਲ੍ਹ ਹਾਲਾਤ ਇਹ ਆ ਗਏ ਕਿ ਲਾਇਸੈਂਸ ਲੈ ਕੇ ਆਉਂਦੇ ਆ ਮੁੰਡੇ, ਓਨਲੀ ਟ੍ਰੇਨਿੰਗ ਤੱਕ ਹੀ ਰੱਖਦੇ ਆ। ਭਾਜੀ ਪਹਿਲਾਂ ਤਾਂ ਇਹ ਹੁੰਦਾ ਕਿ ਭਾਜੀ ਮੈਨੂੰ ਜੌਬ ਚਾਹੀਦੀ ਹੈ ਜੀ, ਓਕੇ ਤੁਸੀਂ ਜੌਬ ਦੇਤੀ ਹੈ, 1 ਮਹੀਨਾ ਟਰੱਕ ਚਲਾਇਆ, ਫਿਰ ਉਸ ਤੋਂ ਬਾਅਦ ਕਹਿੰਦੇ ਚਲੋ ਭਾਜੀ ਮੈਂ ਸੋਚ ਰਿਹਾ ਮੈਂ ਆਪਣਾ ਲੈ ਲਵਾਂ। ਅੱਛਾ, 1 ਮਹੀਨੇ ਵਿੱਚ ਉਹਨਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਸ਼ਾਇਦ ਮੈਂ ਬਹੁਤ ਪੈਸੇ ਬਣਾ ਕੇ ਇਹਨਾਂ ਨੂੰ ਦੇ ਰਿਹਾ, ਔਰ ਉਹ ਐਕਸਪੈਂਸ ਨਹੀਂ ਦੇਖ ਰਹੇ, ਮੇਨਟੇਨੈਂਸ ਨਹੀਂ ਦੇਖ ਰਹੇ, ਜਾਂ ਇੰਸ਼ੋਰੈਂਸ ਦਾ ਖਰਚਾ ਜਾਂ ਹੋਰ ਜਿਹੜੇ ਖਰਚੇ ਉਹ ਚੱਲ ਰਹੇ ਉਹ ਨਹੀਂ ਦੇਖਦੇ ਜੀ। ਉਹ ਉਹਨਾਂ ਨੂੰ ਉਸ ਟਾਈਮ ਪਤਾ ਲੱਗਦਾ ਜਦੋਂ ਉਹ ਟਰੱਕ ਦੀ ਚਾਬੀ ਫੜ ਕੇ ਆਪ ਵਿੱਚ ਬੈਠਦੇ ਆ। ਫਿਰ ਉਸ ਤੋਂ ਬਾਅਦ ਜਦੋਂ ਫਿਰ ਸ਼ੁਰੂ ਹੁੰਦਾ ਫਿਰ ਉਹਨਾਂ ਨੂੰ ਇਹ ਲੱਗਣ ਲੱਗ ਪੈਂਦਾ ਕਿ ਸ਼ਾਇਦ ਮੈਂ ਡਿਸਪੈਚ ਜਿੱਥੋਂ ਲੈ ਰਿਹਾ ਉਹ ਮੇਰੇ ਪੈਸੇ ਖਾ ਰਿਹਾ ਵਿੱਚੋਂ। ਫਿਰ ਉਹ ਕੋਸ਼ਿਸ਼ ਕਰਦੇ ਕਿਉਂ ਨਾ ਕਿ ਮੈਂ ਆਪਣੀ DOT ਲੈ ਕੇ ਜਾਂ ਆਪਣਾ ਕੰਪਨੀ ਖੋਲ੍ਹ ਕੇ ਜੀ ਵੀ ਆਪਣਾ ਹੀ ਕੰਮ ਸ਼ੁਰੂ ਕਰਾਂ। ਉੱਥੋਂ ਫਿਰ ਦੌਰ ਸ਼ੁਰੂ ਹੁੰਦਾ ਜੀ ਮੰਦੀ ਦਾ। ਉਹਦੇ ਵਿੱਚ ਕੀ ਹੁੰਦਾ ਕਿ ਉਹ ਨਵੇਂ ਹੁੰਦੇ ਆ, ਐਕਸਪੀਰੀਅੰਸ ਹੁੰਦਾ ਨਹੀਂ ਹੈ। ਅਗਰ ਬ੍ਰੋਕਰ ਨੇ ਉਹਨਾਂ ਨੂੰ ਕੋਈ ਵੀ ਰੇਟ ਐਗਜ਼ਾਮਪਲ ਕੋਈ ਜਿਹੜਾ 700 ਲੋਡ ਆਉਣੇ ਉਹਨੂੰ 500 ਦਾ ਕਹਿ ਦਿੱਤਾ, ਉਹਦੇ ਲਈ ਤਾਂ 500 ਬਹੁਤ ਜ਼ਿਆਦਾ ਆ। ਉਹਨੇ ਕਹਿਣਾ ਓਕੇ ਜੀ ਮੈਂ ਡਰਾਈਵਰ ਆਪਣੀ ਡਰਾਈਵਰੀ ਕੱਢ ਕੇ ਅਤੇ ਮੈਨੂੰ ਤਾਂ $400 ਬਚ ਰਿਹਾ ਜੀ। ਪਰ ਉਹ ਜ਼ਿਆਦਾ ਚਿਰ ਲੰਮਾ ਨਹੀਂ ਚੱਲਦਾ ਉਹ। ਫਿਰ ਉਹਦੇ ਵਿੱਚ ਇੱਕ ਟਾਈਮ ਇੱਧਰ ਆ ਜਾਂਦਾ ਜੋ ਹਾਲਾਤ ਅੱਜ ਚੱਲ ਰਹੇ ਆ ਕਿ ਲੋਡ ਜਿਹੜੇ ਸੀਗੇ 1200 ਲੋਡ ਸੀਗਾ, ਲੋਡ 1200 ਤੋਂ 1100 'ਤੇ ਆ ਗਿਆ। ਜਿਹੜਾ ਫਿਊਲ $2.50 ਨੂੰ ਸੀਗਾ ਉਹ $6.50 ਦਾ ਹੋ ਗਿਆ। ਹੁਣ ਮਾਰਜਨ ਘੱਟ ਗਿਆ, ਖਰਚੇ ਵੱਧ ਗਏ ਆ। ਬਿਲਕੁਲ। ਹੁਣ ਕੁਛ ਕੰਪਨੀਆਂ ਨੂੰ ਜੇਬ ਵਿੱਚੋਂ ਪੈਸੇ ਪਾ ਕੇ ਵੀ ਟਰੱਕ ਚਲਾਉਣੇ ਪੈ ਰਹੇ ਆ। ਔਰ ਜਿਨ੍ਹਾਂ ਨੇ ਸਿੰਗਲ ਜਿਹੜੇ ਸੀ ਆਪਣੇ ਓਨਰ ਆਪਰੇਟਰ ਜਿਨ੍ਹਾਂ ਨੇ ਜਲਦਬਾਜ਼ੀ ਵਿੱਚ ਟਰੱਕ ਲਏ ਆ 2 ਸਾਲ ਦੇ ਵਿੱਚ ਹੀ ਜੀ, ਔਰ ਹੁਣ ਉਹ ਸਾਰੇ ਟਰੱਕ ਖੜੇ ਕਰਕੇ ਕਿਸੇ ਲਈ ਡਰਾਈਵਿੰਗ ਕਰ ਰਹੇ ਆ ਕਿਉਂਕਿ ਵਿੱਚੋਂ ਕੁਛ ਨਿਕਲ ਨਹੀਂ ਰਿਹਾ ਟਰੱਕ ਦੇ ਵਿੱਚੋਂ ਵਾਪਸ। ਜਿਵੇਂ ਤੁਸੀਂ ਕਿਹਾ ਕਿ ਦਿਨ ਬ ਦਿਨ ਜਿਹੜੀ ਮਹਿੰਗਾਈ ਹੈ ਵੱਧ ਰਹੀ ਹੈ, ਡੀਜ਼ਲ ਲਗਾਤਾਰ ਵੱਧ ਰਿਹਾ ਹੈ ਜੀ, ਲੇਕਿਨ ਜੇਕਰ ਡੀਜ਼ਲ ਦੀ ਪ੍ਰਾਈਸ ਵੱਧ ਰਹੀ ਹੈ ਤਾਂ ਕੀ ਲੋਡ ਦਾ ਪ੍ਰਾਈਸ ਨਹੀਂ ਵੱਧ ਰਿਹਾ? ਜੇਕਰ ਟਰੱਕ ਚੱਲਦਾ ਹੈ ਤਾਂ ਸੜਕ 'ਤੇ ਜਦੋਂ ਚੱਲ ਰਿਹਾ ਤਾਂ ਉਹਦਾ ਪ੍ਰਾਈਸ ਨਹੀਂ ਵੱਧ ਰਿਹਾ? ਬਿਲਕੁਲ ਵੱਧ ਰਿਹਾ ਜੀ, ਲੋਡ ਦਾ ਪ੍ਰਾਈਸ ਵੱਧ ਰਿਹਾ। ਪਰ ਇਹ ਪ੍ਰੋਬਲਮ ਆ ਰਹੀ ਹੈ ਜਿਹੜੇ ਨਵੇਂ ਬੰਦੇ ਵਿੱਚ ਆ ਰਹੇ ਆ ਜਿਨ੍ਹਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ, ਔਰ ਉਹਨਾਂ ਨੇ ਕੀ ਕੀਤਾ ਹੈਗਾ ਕਿ ਲੋਡ ਚੱਕ ਲਿਆ, ਉਹਨਾਂ ਨੂੰ ਕੋਈ ਨਹੀਂ ਪਤਾ ਕਿ ਫਿਊਲ ਸਰਚਾਰਜ ਵੀ ਹੁੰਦਾ ਇਹਦੇ ਤੋਂ ਲੈਣਾ ਹੁੰਦਾ। ਜਦੋਂ ਲੋਡ ਤੁਸੀਂ ਲੈਣਾ ਤੁਹਾਨੂੰ ਕੁਛ ਪਰਸੈਂਟੇਜ ਫਿਊਲ ਦੇ ਵੀ ਪੈਸੇ ਮਿਲਦੇ ਹੁੰਦੇ ਆ ਜੀ, ਔਰ ਉਹ ਕੀ ਕਰਦੇ ਓਕੇ ਫਲੈਟ ਰੇਟ ਕਿ ਮੈਨੂੰ ਇੰਨੇ ਪੈਸੇ ਦੇ ਦਿਓ, ਓਕੇ ਆਮ ਗੁੱਡ ਵਿਦ ਦੈਟ। ਓਕੇ, ਉਹ ਇੱਕ ਬੰਦਾ ਗਲਤੀ ਕਰਦਾ ਔਰ ਬ੍ਰੋਕਰ ਉੱਥੇ ਸੈੱਟ ਕਰ ਲੈਂਦਾ ਪ੍ਰਾਈਸ ਨੂੰ ਆਪਣੀ ਨੂੰ। ਓਕੇ, ਨੈਕਸਟ ਪਰਸਨ ਕਾਲ ਕਰਦਾ, ਉਹ ਕਹਿੰਦਾ ਓਕੇ ਕਿਸੇ ਨੇ ਮੇਰੇ ਵਾਸਤੇ 1100 ਦਾ ਕੀਤਾ, ਇਫ ਯੂ ਕੈਨ ਡੂ ਫॉर 1100 ਆਈ ਕੈਨ ਗਿਵ ਇਟ ਯੂ। ਓਕੇ, ਫਿਰ ਉੱਥੇ ਪ੍ਰੋਬਲਮ ਆਉਂਦੀ ਆ, ਉਹ ਫਿਰ ਪ੍ਰਾਈਸ ਗਿਰਦੀ ਉਹ ਮਿਆਰ ਇੰਨਾ ਗਿਰ ਜਾਂਦਾ ਕਿ ਫਿਰ ਉਹ ਜਿਹੜੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਜਾਂ ਤਾਂ ਫਿਰ ਘੱਟ ਮਾਰਜਨ ਤੇ ਵੀ ਕੰਮ ਕਰਨ ਨੂੰ ਤਿਆਰ ਹੋ ਜਾਂਦੇ, ਇਸ ਕਰਕੇ ਜਿਹੜੀ ਮਾਰਕੀਟ ਜਿਹੜੀ ਹੈ ਮੰਦੀ ਦੀ ਹਾਲਤ ਵਿੱਚ ਆ ਜਾਂਦੀ ਹੈ। ਕੁਛ ਲੋਕਾਂ ਦਾ ਇਹ ਸੋਚਣਾ ਹੈਗਾ ਕਿ ਉਹ ਕਿਸੇ ਦੇ ਡਰਾਈਵ ਕਰਨ ਨਾਲੋਂ ਆਪਣਾ ਟਰੱਕ ਚਲਾਈ ਚਲੋ, ਚਾਹੇ ਡਰਾਈਵਰੀ ਹੀ ਬਚੇ। ਕਈ ਵਾਰ ਤਾਂ ਡਰਾਈਵਰੀ ਵੀ ਨਹੀਂ ਬਚਦੀ, ਉਹਨੂੰ ਫਿਰ ਵੀ ਚਲਾ ਰਹੇ ਆ ਜੀ। ਕੁਛ ਮਤਲਬ ਅੱਜ ਕੱਲ੍ਹ ਦੇ ਹਾਲਾਤ ਹੀ ਇੱਦਾਂ ਦੇ ਬਣ ਗਏ ਜੀ, ਜਿਹੜੇ ਆਪਣੇ ਬੰਦੇ ਆਉਂਦੇ ਉਹ ਕਿਸੇ ਕੰਮ ਕਰਕੇ ਟਿਕ ਕੇ ਰਾਜੀ ਨਹੀਂ ਹੈ। ਪਰ ਕੁਛ ਚੰਗੇ ਲੋਕ ਵੀ ਹੈਗੇ ਆ ਜਿਹੜੇ ਵਧੀਆ ਕੰਮ ਕਰ ਰਹੇ ਆ, ਪੈਸੇ ਵਧੀਆ ਕਮਾ ਰਹੇ ਆ। ਟਰੱਕਿੰਗ ਕੰਪਨੀਆਂ ਬਹੁਤ ਹੈਗੀਆਂ, ਬਹੁਤ ਪੈਸਾ ਕਮਾ ਰਹੀਆਂ, ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ। ਪਰ ਜਦੋਂ ਬਿਨਾਂ ਟ੍ਰੇਨਿੰਗ ਤੋਂ ਤੁਸੀਂ ਕਿਸੇ ਵੀ ਇਹ ਨਾਟ ਜਸਟ ਟਰੱਕਿੰਗ ਕਿਸੇ ਵੀ ਤੁਸੀਂ ਆਪਣੇ ਬਿਜ਼ਨਸ ਵਿੱਚ ਜਾਓਗੇ ਜੀ ਤੇ ਘਾਟਾ ਤਾਂ ਖਾਓਗੇ ਜੀ। ਜੀ ਬਿਲਕੁਲ ਠੀਕ ਹੈ ਤੁਸੀਂ, ਲੇਕਿਨ ਘਾਟਾ ਤਾਂ ਹੀ ਪੈਂਦਾ ਜਦੋਂ ਅਕਲ ਨਾਲ ਕੰਮ ਨਹੀਂ ਕੀਤਾ ਜਾਂਦਾ। ਬਿਲਕੁਲ ਜੀ। ਲੇਕਿਨ ਦੂਜੇ ਪਾਸੇ ਜੇਕਰ ਟਰੱਕਿੰਗ ਇੰਡਸਟਰੀ ਦੀ ਅਸੀਂ ਹੁਣ ਆਪਾਂ ਗੱਲ ਲਗਾਤਾਰ ਕਰਦੇ ਜਾ ਰਹੇ ਹਾਂ, ਲੇਕਿਨ ਟਰੱਕ ਜਦੋਂ ਕੋਈ ਬੰਦਾ ਖਰੀਦਦਾ ਹੈਗਾ ਪਹਿਲੀ ਵਾਰੀ ਡਰਾਈਵਰੀ ਤੋਂ ਬਾਅਦ ਕਿਸੇ ਨੂੰ 1 ਸਾਲ ਦਾ ਤਜਰਬਾ ਹੋ ਗਿਆ, ਉਸਨੇ ਹੁਣ ਸੋਚ ਲਿਆ ਕਿ ਮੈਂ ਆਪਣਾ ਟਰੱਕ ਖਰੀਦਣਾ। ਇੱਕ ਨਵਾਂ ਟਰੱਕ 1.5 ਲੱਖ 2 ਲੱਖ ਡਾਲਰ ਦਾ ਆਉਂਦਾ, ਲੇਕਿਨ ਸਸਤਾ ਟਰੱਕ 15-20 ਹਜ਼ਾਰ ਡਾਲਰ ਦਾ ਵੀ ਮਿਲ ਜਾਂਦਾ। ਤੁਸੀਂ ਕੀ ਪ੍ਰੈਫਰ ਕਰੋਗੇ ਕਿ ਉਸਨੂੰ ਸਸਤਾ ਟਰੱਕ ਖਰੀਦ ਲੈਣਾ ਚਾਹੀਦਾ ਹੈ ਕਿਉਂਕਿ ਸਸਤੇ ਟਰੱਕ ਵਿੱਚ ਕਿਤੇ ਨਾ ਕਿਤੇ ਮੇਨਟੇਨੈਂਸ ਬਹੁਤ ਜ਼ਿਆਦਾ ਮੰਗਦਾ ਹੈ ਜੀ, ਜਿਹੜਾ ਸੈਕਿੰਡ ਹੈਂਡ ਟਰੱਕ ਹੁੰਦਾ ਹੈ? ਕੀ ਪਹਿਲਾ ਸਟੈਪ ਹੋ ਜਾਣਾ ਚਾਹੀਦਾ ਹੈ ਕਿ 15-20 ਹਜ਼ਾਰ ਦਾ ਟਰੱਕ, ਜਾਂ ਨਹੀਂ ਤੁਸੀਂ ਇਹ ਕਹੋਗੇ ਕਿ ਨਵਾਂ ਟਰੱਕ ਜ਼ਿਆਦਾ ਬੈਟਰ ਹੈ? ਦੇਖੋ ਜੀ, ਇਹਦੇ ਵਿੱਚ ਵੀ 2 ਗੱਲਾਂ ਹੈਗੀਆਂ। ਜਿਹੜੇ ਤਾਂ ਲੌਂਗ ਤੱਕ ਚੱਲਦੇ ਹੈਗੇ ਆ ਉਹ ਤਾਂ ਪ੍ਰੈਫਰ ਕਰਦੇ ਆ ਨਵੇਂ ਟਰੱਕ ਨੂੰ ਹੀ, ਕਿਉਂਕਿ ਉਹਦੇ ਵਿੱਚ ਤਾਂ ਇਹ ਹੈ ਕਿ ਟਰੱਕ ਉਹਨਾਂ ਨੇ ਸ਼ੁਰੂ ਕੀਤਾ ਕੈਲੀਫੋਰਨੀਆ ਤੋਂ ਨਿਊਯਾਰਕ ਜਾ ਕੇ ਸਟਾਪ ਮਾਰਿਆ ਜਾਂ ਲਾਈਕ ਜਦੋਂ ਰਸਤੇ ਚੱਲ ਜੋ ਵੀ ਹੈ ਲਾਈਕ 3000 ਮਾਈਲ ਚਲਾਉਣਾ ਹੈਗਾ ਉਹਨਾਂ ਨੇ ਵੀਕ ਦੇ ਵਿੱਚ। ਪਰ ਜਿਵੇਂ ਜੋ ਕੋਈ ਲੋਕਲ ਕੰਮ ਕਰਦਾ ਹੈਗਾ ਜਿਹਨੇ ਸ਼ਾਮ ਨੂੰ ਘਰ ਆਉਣਾ, ਉਹਦੇ ਵਾਸਤੇ ਕੋਈ ਬਾਹਲਾ ਮਹਿੰਗਾ ਟਰੱਕ ਲੈਣ ਦੀ ਜ਼ਰੂਰਤ ਨਹੀਂ ਹੈ। ਮਤਲਬ ਹਾਂਜੀ ਨਾਟ 15,000 ਪਰ ਫਿਰ ਵੀ 25-30 ਹਜ਼ਾਰ 40 ਹਜ਼ਾਰ ਤੱਕ ਦਾ ਟਰੱਕ ਵਧੀਆ ਮਤਲਬ ਮਿਲ ਜਾਂਦਾ ਅੱਜ ਕੱਲ੍ਹ। ਹੁਣ ਤਾਂ ਸ਼ਾਇਦ ਪਹਿਲਾਂ ਪਿੱਛੇ ਇਹਦਾ ਕਾਫੀ ਮਹਿੰਗੇ ਹੋ ਗਏ ਸੀ ਟਰੱਕ, ਹੁਣ ਫਿਰ ਲਾਈਕ ਆ ਗਈ ਹੈਗੀ ਪ੍ਰਾਈਸ ਥੱਲੇ। ਅਤੇ ਉਸ ਹਿਸਾਬ ਨਾਲ ਅਗਰ 40,000 ਦਾ ਟਰੱਕ ਵੀ ਓਕੇ ਹੈਗਾ ਲਾਈਕ ਜਿਹਨੇ ਸ਼ੁਰੂਆਤ ਕਰਨੀ ਹੈਗੀ ਹੈ,
ਪਰ ਉਸ ਤੋਂ ਬਾਅਦ ਕਿੰਨਾ ਕੁ ਪੁਰਾਣਾ ਟਰੱਕ ਲੈਣਾ ਚਾਹੀਦਾ ਜਾਂ ਕਿੰਨੇ ਮਾਈਲ ਦਾ ਚੱਲਿਆ ਹੋਇਆ ਟਰੱਕ ਠੀਕ ਰਹਿੰਦਾ? ਜ਼ਿਆਦਾ ਪੁਰਾਣਾ ਟਰੱਕ ਅੱਜ ਕੱਲ੍ਹ ਲੈਣ ਦਾ ਕੋਈ ਫਾਇਦਾ ਨਹੀਂ ਹੈ ਜੀ, ਕਿਉਂਕਿ ਜਿੰਨੇ ਪੁਰਾਣੇ ਟਰੱਕ ਹੈਗੇ ਉਹਦੇ ਵਿੱਚ ਕੀ ਹੈਗਾ ਕਿ ਉਹ ਜਿਹੜੇ ਮੈਨੂਫੈਕਚਰਰਸ ਜਿਹੜੇ ਹੈਗੇ ਆ, ਡੀਲਰ ਜਿਹੜੇ ਹੈਗੇ ਆ, ਜ਼ਿਆਦਾ ਪੁਰਾਣਾ ਟਰੱਕਾਂ ਦਾ ਉਹ ਪਾਰਟਸ ਨਹੀਂ ਰੱਖਦੇ ਹੈਗੇ ਜੀ। ਅਗਰ ਟਰੱਕ ਨੂੰ ਕੋਈ ਪ੍ਰੋਬਲਮ ਆ ਗਈ ਤੇ ਤੁਸੀਂ 1 ਵੀਕ ਜਾਂ 2 ਵੀਕ, ਕਈ ਤਾਂ ਮਹੀਨਾ ਵੀ ਖੜਨਾ ਪੈਂਦਾ ਹੈਗਾ ਕਿ ਪਾਰਟਸ ਅਵੇਲੇਬਲ ਨਹੀਂ ਹੈ, ਬੈਕ ਆਰਡਰ ਜਾਂ ਵੀ ਆਰਡਰ ਕਰਨੇ ਪੈਣੇ ਹੈਗੇ, ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਕਿਤੋਂ ਵੀ। ਤੇ ਉਹਦੇ ਕਰਕੇ ਥੋੜ੍ਹਾ ਅਪਡੇਟ ਹੀ ਰੱਖਣਾ ਚਾਹੀਦਾ ਹੈਗਾ ਟਰੱਕ। ਤਾਂ ਕੋਈ 2017-18 ਤੋਂ ਜੋ ਵੀ 4-5 ਸਾਲ ਪੁਰਾਣਾ, ਇਸ ਤੋਂ ਜ਼ਿਆਦਾ ਪਿੱਛੇ ਨਹੀਂ ਜਾਣਾ ਚਾਹੀਦਾ। ਔਰ ਕਿੰਨੇ ਮਾਈਲ ਤੁਹਾਨੂੰ ਲੱਗਦਾ ਕਿ ਹਾਂ ਠੀਕ ਚੱਲ ਰਿਹਾ? ਸੇ 5 ਲੱਖ ਤੋਂ ਘੱਟ ਹੀ ਚੱਲਿਆ ਹੋਵੇ ਤਾਂ ਠੀਕ ਹੈ। ਅਗਰ ਕਈ ਟਰੱਕ ਸਹੀ ਵੀ ਹੁੰਦੇ, ਉੱਪਰ ਵੀ ਚਲੇ ਜਾਂਦੇ, ਵਧੀਆ ਠੀਕ ਚੱਲੀ ਜਾਂਦੇ ਹੈਗੇ, ਪਰ 5 ਲੱਖ ਤੱਕ ਓਕੇ ਹੈਗੇ ਟਰੱਕ। 5 ਲੱਖ ਤੱਕ ਠੀਕ ਹੈਗੇ। ਪਰ ਕੀ ਅੱਜ ਦੇ ਸਮੇਂ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੋਈ ਟਰੱਕਿੰਗ ਇੰਡਸਟਰੀ ਵਿੱਚ ਜਾਣਾ ਚਾਹੁੰਦਾ ਹੈ, ਇੰਨਾ ਪੈਸਾ ਹੈਗਾ ਕਿ ਉਹ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦਾ ਚੰਗੀ ਤਰੀਕੇ ਨਾਲ? ਕੀ ਉਹਦੇ ਘਰ ਵਿੱਚ ਜੇਕਰ ਬੱਚੇ ਯੂਨੀਵਰਸਿਟੀ 'ਚ ਪੜ੍ਹਦੇ ਨੇ ਤਾਂ ਕੀ ਉਹਦੇ ਬੈਂਕ ਵਿੱਚ ਇੰਨੀ ਸੇਵਿੰਗ ਹੋ ਸਕਦੀ ਹੈ? ਜੀ ਬਿਲਕੁਲ ਹੋ ਸਕਦੀ ਹੈ ਜੀ। ਟਰੱਕ ਦੇ ਵਿੱਚ ਬਹੁਤ ਪੈਸਾ ਹੈਗਾ ਅਗਰ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ। ਬਹੁਤ ਲੋਕ ਤੁਸੀਂ ਦੇਖੇ ਹੋਣੇ ਕੈਲੀਫੋਰਨੀਆ ਵਿੱਚ ਬਹੁਤ ਆਪਣੇ ਕਿਤੇ ਬਾਦਸ਼ਾਹ ਬਣੇ ਹੋਏ ਆ ਲੋਕ। ਕੈਨੇਡਾ ਵਿੱਚ ਬਹੁਤ ਵੱਡੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਇੱਥੇ ਵੀ ਬਹੁਤ ਹੈਗੀਆਂ। ਪੈਸਾ ਟਰੱਕਿੰਗ ਵਿੱਚ ਬਹੁਤ ਹੈਗਾ, ਪਰ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਹੈਗਾ, ਉਹਦੇ ਵਿੱਚ ਪੈਸਾ ਹੈਗਾ। ਮੈਨੇਜਮੈਂਟ ਸਹੀ ਹੋਵੇ, ਤੁਸੀਂ ਪ੍ਰੋਪਰ ਮੇਨਟੇਨੈਂਸ ਕਰਦੇ ਹੋ, ਡਰਾਈਵਰਾਂ ਨਾਲ ਸਹੀ ਵਰਤਾਰਾ ਕਰਦੇ ਹੋ, ਤੁਹਾਡੇ ਕੋਲੇ ਬ੍ਰੋਕਰ ਪੱਕੇ ਹੈਗੇ ਆ ਜਾਂ ਤੁਸੀਂ ਆਪ ਬ੍ਰੋਕਰੇਜ ਕਰਦੇ ਹੋ, ਤੇ ਆਫ ਕੋਰਸ ਪੈਸਾ ਹੈਗਾ ਇਹਦੇ ਵਿੱਚ ਹੀ। ਬਿਲਕੁਲ ਠੀਕ ਗੱਲ ਹੈ। ਲੇਕਿਨ ਟਰੱਕ ਦੀ ਜੇਕਰ ਮੇਨਟੇਨੈਂਸ ਦੀ ਗੱਲ ਕੀਤੀ ਜਾਏ, ਮੇਨਟੇਨੈਂਸ ਇੱਕ ਟਰੱਕ ਕਿੰਨਾ ਕੁ ਮੰਗਦਾ ਹੈਗਾ? ਕਿਉਂਕਿ ਤੁਸੀਂ ਆਪਣੀ ਵਰਕਸ਼ਾਪ ਵੀ ਚਲਾ ਰਹੇ ਹੋ, ਮਾਲਵਾ ਕੰਪਨੀ ਆਪਣੀ ਤੁਹਾਡੀ ਵਰਕਸ਼ਾਪ ਵੀ ਹੈਗੀ ਹੈ। ਵਰਕਸ਼ਾਪ ਵਿੱਚ ਲਿਹਾਜ਼ਾ ਤੁਸੀਂ ਦੇਖਦੇ ਹੋ ਤਾਂ ਤੁਹਾਡੇ ਹਰ ਰੋਜ਼ ਟਰੱਕਸ ਆਉਂਦੇ ਨੇ ਜੀ। ਕਿੰਨੀ ਕੁ ਮੇਨਟੇਨੈਂਸ ਪੈਂਦੀ ਹੈ 1 ਸਾਲ ਵਿੱਚ ਇੱਕ ਟਰੱਕ ਨੂੰ ਲੈ ਕੇ? 1 ਸਾਲ ਦੇ ਵਿੱਚ ਹੀ ਇਹ ਡਿਪੈਂਡ ਹੈਗੀ ਟਰੱਕ ਦੇ ਉੱਪਰ। ਹਰ ਇੱਕ ਟਰੱਕ ਦੀ ਅਲੱਗ-ਅਲੱਗ ਮੇਨਟੇਨੈਂਸ ਹੈਗੀ ਆ। ਜ਼ਿਆਦਾ ਤਾਂ ਬ੍ਰੇਕ ਤੇ ਟਾਇਰਸ ਦੀ ਹੁੰਦੀ ਹੈਗੀ ਆ। ਉਸ ਤੋਂ ਬਾਅਦ ਫਿਰ ਇੰਜਨ, ਟਰਾਂਸਮਿਸ਼ਨ ਜਾਂ ਜਿਹੜੇ ਕੰਪੋਨੈਂਟਸ ਜੋ ਵੀ ਹੈਗੇ ਆ ਸੈਂਸਰ ਵਗੈਰਾ ਹੈਗੇ ਅੱਜ ਕੱਲ੍ਹ ਟਰੱਕਾਂ ਵੀ ਨਵੇਂ ਵਿੱਚ, ਉਹਦੀ ਸੇ 10 ਤੋਂ 15 ਹਜ਼ਾਰ ਤਾਂ ਫਿਰ ਵੀ 1 ਸਾਲ ਦੇ ਵਿੱਚ ਆਈ ਜਾਂਦੀ ਹੈ ਜੀ। ਬਿਲਕੁਲ, ਯਾਨੀ ਕਿ 10-15 ਹਜ਼ਾਰ ਡਾਲਰ ਤੁਹਾਨੂੰ ਇੱਕ ਸਾਈਡ ਤੇ ਰੱਖਣੇ ਪੈਣਗੇ। ਹਾਂਜੀ, ਇਹ ਮਿਨੀਮਮ ਹੈ ਜੀ, ਇਸ ਤੋਂ ਉੱਪਰ ਜਾ ਸਕਦੀ ਆ, ਪਰ ਇੰਨੀ ਤਾਂ ਆਉਂਦੀ ਹੈ ਜੀ। ਆਉਂਦੀ ਹੈ ਜੀ। ਇਹ ਚਾਹੇ ਨਵਾਂ ਟਰੱਕ ਹੋਵੇ ਚਾਹੇ ਨਵਾਂ ਹੋਵੇ ਪੁਰਾਣਾ ਹੋਵੇ, ਉਹ ਟਾਇਰ ਵੀ ਘਸਨੇ ਹੈਗੇ ਜੀ, ਬ੍ਰੇਕਾਂ ਵੀ ਲੱਗਣੀਆਂ ਹੈਗੀਆਂ। ਬਿਲਕੁਲ, ਤੇ ਉਹ ਤਾਂ ਆਉਣੀ। ਉਸ ਤੋਂ ਬਾਅਦ ਉੱਪਰ ਵਾਲੇ ਜਿਹੜੇ ਫਿਰ ਖਰਚੇ ਹੈਗੇ ਆ ਇੰਜਨ ਤੇ ਹੈਗੇ ਜਾਂ ਹੋਰ ਕੋਈ ਪ੍ਰੋਬਲਮ ਆ ਜਾਂਦੀ। ਪਰ ਇਹ 10-15 ਹਜ਼ਾਰ ਡਾਲਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇੰਸ਼ੋਰੈਂਸ ਕਲੇਮ ਹੋ ਸਕਦਾ ਜਾਂ ਨਹੀਂ, ਇਹ ਆਪਣੀ ਜੇਬ 'ਚੋਂ ਦੇਣਾ ਪਏਗਾ? ਕਿਉਂਕਿ ਇੰਸ਼ੋਰੈਂਸ ਵੀ ਜ਼ੀਰੋ ਡੈਪਥ ਤਾਂ ਨਹੀਂ ਹੁੰਦੀ ਇੱਥੇ। ਨਹੀਂ ਜੀ, ਇੰਸ਼ੋਰੈਂਸ ਨਹੀਂ ਹੈ ਪੇ ਕਰਦੀ, ਇਹ ਤਾਂ ਓਨਰ ਨੂੰ ਪੇ ਕਰਨਾ ਪੈਂਦਾ ਹੈਗਾ। ਬਿਲਕੁਲ, ਓਨਲੀ ਇੰਸ਼ੋਰੈਂਸ ਆਈ ਥਿੰਕ ਪੇ ਕਰਦੀ ਹੈਗੀ ਆ। ਬ੍ਰੇਕਡਾਊਨ ਜਾਂ ਹੋ ਗਿਆ ਹੋਵੇ ਤੁਹਾਡਾ ਕੋਈ ਐਕਸੀਡੈਂਟ ਹੋ ਗਿਆ, ਹਾਂਜੀ, ਜਾਂ ਉਹਦੇ ਵਿੱਚ ਤੁਹਾਨੂੰ ਰੁਕਣਾ ਪੈ ਗਿਆ 3 ਮਹੀਨੇ ਤੁਸੀਂ ਬੈਠ ਗਏ, ਉਹ ਪੇ ਕਰਦੀ ਹੈ। ਅਦਰਵਾਈਜ਼ ਜਿਹੜੀ ਰੈਗੂਲਰ ਰਿਪੇਅਰ ਹੈਗੀ ਤਾਂ ਤੁਹਾਨੂੰ ਆਪ ਨੂੰ ਪੇ ਕਰਨੇ ਪੈਂਦੇ। ਕਰੋਨਾ ਦਾ ਹੁਣ ਟਾਈਮ ਨਿਕਲ ਚੁੱਕਾ ਹੈ, ਲੇਕਿਨ ਕਰੋਨਾ ਦੇ ਟਾਈਮ ਵਿੱਚ ਵੀ ਜਿਹੜੀ ਲਾਈਫ ਲਾਈਨ ਹੈ ਰੁਕੀ ਨਹੀਂ ਹੈ, ਯਾਨੀ ਕਿ ਟਰੱਕਿੰਗ ਇੰਡਸਟਰੀ ਦਾ ਕੰਮ ਰੁਕਿਆ ਨਹੀਂ ਹੈ। ਟਰੱਕ ਸੜਕਾਂ 'ਤੇ ਭਜਦੇ ਵਿਖਾਈ ਦੇ ਰਹੇ ਸੀ ਜੀ। ਕੀ ਕਰੋਨਾ ਕਾਲ ਵਿੱਚ ਬਹੁਤ ਫਰਕ ਪਿਆ ਜਾਂ ਨਹੀਂ ਪਿਆ ਟਰੱਕ ਇੰਡਸਟਰੀ ਵਿੱਚ? ਬਿਲਕੁਲ ਪਿਆ ਜੀ। ਲੇਕਿਨ ਉਸ ਟਾਈਮ ਦੇ ਵਿੱਚ ਇਹ ਸੀ ਕਿ ਟਰੱਕਿੰਗ ਹੀ ਇੱਕ ਐਸਾ ਮਾਧਿਅਮ ਸੀ ਲੋਕਾਂ ਨੂੰ ਪਹੁੰਚਾਉਣ ਦਾ, ਘਰੇ ਉਹਨਾਂ ਦਾ ਰਾਸ਼ਨ ਜਾਂ ਜੋ ਆਪਾਂ ਡਿਲੀਵਰੀ ਕਰਦੇ ਸੀਗੇ। ਅਗਰ ਟਰੱਕ ਖੜ ਜਾਂਦੇ ਉਸ ਟਾਈਮ ਤੇ ਫਿਰ ਤਾਂ ਸਭ ਕੁਝ ਹੀ ਬੰਦ ਹੋ ਜਾਣਾ ਸੀਗਾ। ਬਹੁਤ ਜ਼ਿਆਦਾ ਧੰਨਵਾਦ ਜੀ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਵੱਲੋਂ ਡਰਾਈਵਿੰਗ ਕਰਕੇ ਉਸ ਟਾਈਮ, ਇਸ ਮਾੜੇ ਟਾਈਮ ਦੇ ਵਿੱਚ ਲੋਕਾਂ ਤੱਕ ਪਹੁੰਚ ਕੀਤੀ। ਤੇ ਉਸ ਤੋਂ ਬਾਅਦ ਕੀ ਹੋਇਆ ਜੀ, ਟਰੱਕਿੰਗ ਦੇ ਵਿੱਚ ਚੇਂਜ ਬਹੁਤ ਜ਼ਿਆਦਾ ਆ ਗਈ ਜੀ ਕਰੋਨਾ ਤੋਂ ਬਾਅਦ। ਕਰੋਨਾ ਤੋਂ ਪਹਿਲਾਂ ਸਭ ਕੁਝ ਨੋਰਮਲ ਚੱਲ ਰਿਹਾ ਸੀਗਾ, ਥੋੜ੍ਹਾ ਤਾਂ ਉੱਪਰ ਥੱਲੇ ਚੱਲਦਾ ਹੀ ਰਹਿੰਦਾ ਜੀ। ਪਰ ਉਸ ਤੋਂ ਬਾਅਦ ਫਿਰ ਇਹ ਜਿਹੜੇ ਚੇਂਜ ਹੋ ਗਿਆ ਕਿ ਜੀ ਇਲੈਕਟ੍ਰੋਨਿਕ ਟਰੱਕ ਆ ਰਹੇ ਆ। ਟਰੱਕਾਂ ਦੇ ਜਿਹੜੇ ਸੀ ਮਾਡਲ ਚੇਂਜ ਕਰਤੇ ਸਾਰੇ, ਜੋ ਨਵੇਂ ਮਾਡਲ ਆ ਗਏ ਉਹਨਾਂ ਵਿੱਚ ਸੈਂਸਰ ਹੋਰ ਲਾਤੇ ਹੈਗੇ ਆ। ਮਤਲਬ ਹਰ ਇੱਕ ਚੀਜ਼ ਉਹਨਾਂ ਨੇ ਚੇਂਜ ਕਰਤੀ। ਪਰ ਹੁਣ ਜੋ ਫਿਊਚਰ ਆਪਾਂ ਦੇਖ ਰਹੇ ਹਾਂ ਤੇ ਆਪਾਂ ਨੂੰ ਉਹਦੇ ਨਾਲ ਚੱਲਣਾ ਪੈਣਾ, ਨਾਲ ਦੀ ਨਾਲ ਅਪਡੇਟ ਰਹਿਣਾ ਪੈਣਾ ਉਹਦੇ। ਅਗਰ ਤੁਸੀਂ ਪਿੱਛੇ ਰਹਿ ਗਏ ਤਾਂ ਫਿਰ ਤਾਂ ਤੁਹਾਨੂੰ ਪਤਾ ਭੱਜ ਕੇ ਰਲਣਾ ਬਹੁਤ ਔਖਾ ਹੋ ਜਾਂਦਾ। ਬਿਲਕੁਲ ਤੁਸੀਂ ਕਿਹਾ, ਠੀਕ ਗੱਲ ਕਹੀ ਹੈ, ਕਿਉਂਕਿ ਫਿਊਚਰ ਦੇ ਨਾਲ ਸਾਨੂੰ ਚੱਲਣਾ ਪੈਣਾ। ਲੇਕਿਨ ਫਿਊਚਰ ਵਿੱਚ ਟੈਸਲਾ ਦੀ ਗੱਲ ਕਰੇ ਤਾਂ ਟੈਸਲਾ ਆਟੋਮੈਟਿਕ ਟਰੱਕਸ ਦੀ ਗੱਲ ਵੀ ਕਰ ਰਿਹਾ ਕਿ ਅਸੀਂ ਬਹੁਤ ਜਲਦੀ ਆਟੋਮੈਟਿਕ ਟਰੱਕ ਲੈ ਕੇ ਆਵਾਂਗੇ। ਪਰ ਜਿਸ ਤਰ੍ਹਾਂ ਨਾਲ ਹਾਦਸੇ ਹੋ ਰਹੇ ਨੇ ਟਰੱਕਾਂ 'ਤੇ, ਕੀ ਆਟੋਮੈਟਿਕ ਟਰੱਕਸ ਵਿੱਚ ਹਾਦਸਿਆਂ ਦੀ ਵਿੱਚ ਗਿਰਾਵਟ ਆਏਗੀ? ਕਿ ਅਸੀਂ ਇੰਨਾ ਬੇਝਿਜਕ ਗੱਲ ਕਰ ਸਕਦੇ ਹਾਂ? ਦੇਖੋ ਜੀ, ਇਹ ਤਾਂ ਟੈਕਨੋਲੋਜੀ 'ਤੇ ਡਿਪੈਂਡ ਕਰਦਾ ਜੀ ਕਿ ਹੁਣ ਤੁਸੀਂ ਦੇਖ ਰਹੇ ਹੋ ਕਿੰਨੀ ਸਪੀਡ ਦੇ ਨਾਲ ਟੈਕਨੋਲੋਜੀ ਅੱਗੇ ਜਾ ਰਹੀ ਹੈ ਜੀ। ਟੈਸਲਾ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਅਗਰ ਟੈਸਲਾ ਮਾਰਕੀਟ ਦੇ ਵਿੱਚ ਆਊਗਾ ਤਾਂ ਜਿਹੜੀ ਐਕਸੀਡੈਂਟ ਰੇਸ਼ੀਓ ਹੋਊਗੀ ਉਹ 10% ਰਹਿ ਜਾਊਗੀ, ਜੋ ਹੁਣ 80% ਕਿੱਥੇ ਪਹੁੰਚੀ ਹੋਈ ਹੈਗੀ ਜੀ। ਕਿਉਂਕਿ ਉਹਦੇ ਵਿੱਚ ਕੀ ਹੈਗਾ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਹਾਈਵੇ ਜੋ ਵੀ ਹੈਗੇ ਜਾਂ ਉਹਨਾਂ ਨੂੰ ਇੱਕ ਲੇਨ ਦੇ ਦਿੱਤੀ ਜਾਵੇ ਇਲੈਕਟ੍ਰੋਨਿਕ ਟਰੱਕਾਂ ਵਾਸਤੇ, ਜੋ ਹੈਗੇ ਬਿਨਾਂ ਡਰਾਈਵਰ ਤੋਂ ਜਾਂ
ਆਟੋ ਪਾਇਲਟ ਵਾਲੇ ਟਰੱਕ ਆ ਰਹੇ ਆ ਜੀ। ਅਗਰ ਉਸ ਤਰ੍ਹਾਂ ਹੋ ਜਾਏਗਾ ਤਾਂ ਫਿਰ ਤਾਂ ਜੀ ਹੋ ਸਕਦਾ ਵੀ ਘਟ ਜਾਵੇ ਮਤਲਬ ਰੇਸ਼ੋ ਜਿਹੜੀ ਹੈਗੀ ਐਕਸੀਡੈਂਟ ਵਾਲੀ। ਪਰ ਕੀ ਨੌਕਰੀਆਂ ਖੁੰਝ ਜਾਣਗੀਆਂ ਜਾਂ ਨੌਕਰੀਆਂ ਰਹਿਣਗੀਆਂ ਡਰਾਈਵਰਸ ਦੀਆਂ? ਕਿਉਂਕਿ ਜਦੋਂ ਆਟੋਮੈਟਿਕ ਡਰਾਈਵਰਸ ਨੇ ਜਗ੍ਹਾ ਸੰਭਾਲ ਲਈ ਤਾਂ ਮੈਨ ਪਾਵਰ ਕਿੱਥੇ ਜਾਏਗੀ? ਨਹੀਂ, ਮਸ਼ੀਨਾਂ ਤਾਂ ਜਿੰਨੀਆਂ ਮਰਜ਼ੀ ਆ ਜਾਣ ਚਲਾਉਣੀਆਂ ਤਾਂ ਫਿਰ ਬੰਦਿਆਂ ਨੂੰ ਹੀ ਪੈਣੀਆਂ। ਉਹ ਤਾਂ ਕਿੰਨੇ ਵੀ ਸਮਾਰਟ ਟਰੱਕ ਬਣਾ ਦੇਣ, ਲੋੜ ਤਾਂ ਪੈਣੀ ਹੈ ਉਹਨੂੰ ਕੰਟਰੋਲ ਕਰਨ ਦੀ। ਯਾਨੀ ਕਿ ਟਰੱਕਿੰਗ ਇੰਡਸਟਰੀ ਵਿੱਚ ਕਦੀ ਰੀਸੈਸ਼ਨ ਨਹੀਂ ਆਏਗਾ? ਰੀਸੈਸ਼ਨ ਤਾਂ ਨਹੀਂ ਆਏਗਾ, ਪਰ ਇਹ ਜ਼ਰੂਰ ਹੈ ਕਿ ਡਰਾਈਵਰ ਫਿਰ ਉਹਦੇ ਵਾਸਤੇ ਥੋੜ੍ਹੇ ਪੜ੍ਹ ਕੇ ਉਹਨਾਂ ਨੂੰ ਬੈਠਣਾ ਪਏਗਾ ਵੀ ਜਿਵੇਂ ਆਪਾਂ ਪਹਿਲਾਂ ਸੋਚਦੇ ਕਿ ਕੋਈ ਗੱਲ ਨਹੀਂ ਪੈਸੇ ਦੇ ਕੇ ਲਾਇਸੈਂਸ ਲੈ ਲਓ, ਉਹ ਫਿਰ ਡਰਾਈਵਰ ਸ਼ਾਇਦ ਨਾ ਚੱਲਣ। ਪਰ ਅੱਜ ਦੇ ਸਮੇਂ ਵਿੱਚ ਕਿੰਨੀ ਕੁ ਲੋੜ ਹੈਗੀ ਹੈ ਇਸ ਸਮੇਂ ਟਰੱਕ ਡਰਾਈਵਰਸ ਦੀ ਅਮਰੀਕਾ ਵਿੱਚ, ਕੈਨੇਡਾ? ਬਹੁਤ ਜ਼ਿਆਦਾ ਲੋੜ ਹੈ ਜੀ, ਡਰਾਈਵਰ ਦੀ ਸ਼ਾਰਟੇਜ ਤਾਂ ਬਹੁਤ ਜ਼ਿਆਦਾ ਹੈਗੀ ਆ। ਔਰ ਬਹੁਤ ਕੰਪਨੀਆਂ ਜਿਹੜੀ ਜਿਨ੍ਹਾਂ ਦੇ ਟਰੱਕ ਹਾਲੇ ਖੜੇ ਹੋਏ ਨੇ 20% ਟਰੱਕ ਜਿਹੜੇ ਡਰਾਈਵਰ ਤੋਂ ਬਿਨਾਂ ਖੜੇ ਨੇ ਉਹਨਾਂ ਦੇ। ਬਿਲਕੁਲ ਠੀਕ ਹੈ। ਇਹ ਤਾਂ ਰਹੀ ਟਰੱਕਿੰਗ ਇੰਡਸਟਰੀ ਦੀ ਗੱਲ। ਜੀ। ਹੁਣ ਥੋੜ੍ਹਾ ਜਿਹਾ ਦੂਜੇ ਪਾਸੇ ਆਉਂਦੇ ਹਾਂ, ਕਿਉਂਕਿ ਤੁਸੀਂ ਲਗਾਤਾਰ ਮਾਲਵਾ ਕੰਪਨੀ ਦੇ ਨਾਤੇ ਜਿਹੜੇ ਤੁਸੀਂ ਬਾਦਸ਼ਾਹ ਬਣੇ ਹੋ, ਕਿਤੇ ਨਾ ਕਿਤੇ ਆਪਣੀ ਵਿਰਾਸਤ ਨੂੰ, ਆਪਣੇ ਸੱਭਿਆਚਾਰ ਨੂੰ ਸੰਭਾਲਣ ਦੀ ਜੇਕਰ ਗੱਲ ਕੀਤੀ ਜਾਏ ਤਾਂ ਬੌਬੀ ਸਿੱਧੂ ਜੀ ਆਪਣੇ ਆਪ ਨੂੰ ਕਿੱਥੇ ਖੜਾ ਵੇਖਦੇ ਨੇ? ਅਸੀਂ ਤਾਂ ਜੀ ਸੱਭਿਆਚਾਰ ਨੂੰ ਆਪਣੇ ਨਾਲ ਲੈ ਕੇ ਤੇ ਆਪਣੇ ਸਾਰੇ ਕਲਚਰ ਦੇ ਜਿੰਨੇ ਸੱਭਿਆਚਾਰ ਦੇ ਜਿੰਨੇ ਲੋਕ ਹੈਗੇ ਆ ਜੋ ਡੇਟਨ ਵਿੱਚ ਜਾਂ ਸਿਨਸਨਾਟੀ ਜਾਂ ਓਹਾਇਓ ਦੇ ਵਿੱਚ ਸੂਬੇ 'ਚ ਜਾਂ ਸਾਰੇ ਅਮਰੀਕਾ ਵਿੱਚ ਹੀ ਕਹਿ ਲਓ, ਕਿਤੇ ਵੀ ਸੱਭਿਆਚਾਰ ਦਾ ਕੋਈ ਪ੍ਰੋਗਰਾਮ ਹੁੰਦਾ ਜਾਂ ਕਿਤੇ ਕੋਈ ਵੀ ਆਪਣੇ ਜਾਂ ਕਲਾਕਾਰ ਭਰਾ ਆਉਂਦੇ ਨੇ ਜਾਂ ਕਬੱਡੀ ਵਾਲੇ ਹੁੰਦੇ ਜਾਂ ਮੇਲੇ ਆਪਾਂ ਕਰਵਾਉਣੇ ਹੈਗੇ ਆ, ਜਿੱਥੇ ਜ਼ਰੂਰਤ ਪੈਂਦੀ ਹੈ ਆਪਾਂ ਸਾਰਿਆਂ ਦੇ ਨਾਲ ਖੜ੍ਹਦੇ ਹਾਂ ਜੀ। ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਪ੍ਰਮੋਟ ਕਰੀਏ, ਉਹਨਾਂ ਨੂੰ ਦੱਸੀਏ, ਉਹਨਾਂ ਨੂੰ ਲਿਆਈਏ ਆਪਣੇ ਨਾਲ ਅੱਗੇ, ਉਹਨਾਂ ਨੂੰ ਦੱਸੀਏ ਕਿ ਤੁਸੀਂ ਆਪਣਾ ਵਿਰਸਾ ਕਿਵੇਂ ਸੰਭਾਲਣਾ ਹੈਗਾ ਜੀ। ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ, ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਹਾਂ, ਕੀਰਤਨ ਸਿਖਾਉਂਦੇ ਹਾਂ ਉਹਨਾਂ ਨੂੰ, ਜੋ ਆਪਣੇ ਪੁਰਾਣੇ ਬਜ਼ੁਰਗਾਂ ਦੇ ਜਿਵੇਂ ਪਹਿਰਾਵੇ ਸੀ ਉਹ ਚੀਜ਼ਾਂ ਬਾਰੇ ਦੱਸਦੇ ਹਾਂ, ਆਪਣੇ ਰਹਿਣ ਸਹਿਣ ਬਾਰੇ ਦੱਸਦੇ ਹਾਂ, ਉਹਨਾਂ ਨੂੰ ਬਿਠਾ ਕੇ ਉਹਨੂੰ ਪੰਜਾਬੀ ਫਿਲਮਾਂ ਦਿਖਾਉਂਦੇ ਹਾਂ, ਨਾਲ ਲੈ ਕੇ ਜਾਂਦੇ ਹਾਂ। ਇੱਥੇ ਓਹਾਇਓ ਵਿੱਚ ਵੀ ਆਪਾਂ ਮੇਲੇ ਕਰਵਾਉਂਦੇ ਹੈਗੇ ਆ, ਜਾਂ ਕੋਈ ਪੁਰਾਣੇ ਸਿੰਗਰ ਹੈਗੇ ਆ ਜਾਂ ਕੋਈ ਕਮੇਡੀਅਨ ਜਾਂ ਕੋਈ ਜੋ ਵੀ ਆਪਣੇ ਪੰਜਾਬ ਦਾ ਕਲਚਰ ਜਿੱਦਾਂ ਵੀ ਚੱਲਦਾ ਹੈਗਾ, ਉਹਨਾਂ ਨੂੰ ਇੱਥੇ ਤਕਰੀਬਨ ਐਵਰੀ ਮੰਥ ਅਸੀਂ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਕਰਵਾਉਣੇ ਹੈਗੇ ਆ। ਬਿਲਕੁਲ, ਪ੍ਰੋਗਰਾਮ ਕਰਵਾਉਣ ਦੀ ਜ਼ਰੂਰਤ ਵੀ ਹੈ, ਪਰ ਕੀ ਤੁਸੀਂ ਉਹਨਾਂ ਪ੍ਰੋਗਰਾਮਾਂ ਦੇ ਜ਼ਰੀਏ ਵੀ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਜੇਕਰ ਤੁਸੀਂ ਟਰੱਕ ਇੰਡਸਟਰੀ ਵਿੱਚ ਆਉਣ ਦੀ ਸੋਚ ਰਹੇ ਹੋ ਤਾਂ ਇਹ ਜਿਹੜੀਆਂ ਨੈਗੇਟਿਵ ਗੱਲਾਂ ਨੇ ਇਹਨਾਂ ਨੂੰ ਪਾਰ ਕਰਨਾ ਜ਼ਰੂਰੀ ਹੈ, ਕਿਉਂਕਿ ਇਹੀ ਜਿਹੜੀਆਂ ਗੱਲਾਂ ਨੇ ਹਾਦਸਿਆਂ ਦਾ ਸਬਬ ਬਣ ਸਕਦੀਆਂ ਨੇ? ਬਿਲਕੁਲ ਜੀ, ਕੋਸ਼ਿਸ਼ ਆਪਣੀ ਰਹਿੰਦੀ ਹੈ ਕਿ ਜੋ ਵੀ ਆਪਣਾ ਕੋਈ ਭਰਾ ਕੋਈ ਜਾਂ ਦੋਸਤ ਮਿੱਤਰ ਕੋਈ ਵੀ ਚਾਹੁੰਦਾ ਹੈਗਾ ਇਸ ਇੰਡਸਟਰੀ ਵਿੱਚ ਆਉਣਾ, ਜਿੰਨੀ ਵੀ ਆਪਾਂ ਉਹਦੀ ਹੈਲਪ ਕਰ ਸਕਦੇ ਹਾਂ ਪੂਰੀ ਉਹਦੀ ਹੈਲਪ ਕਰੀਦੀ ਹੈ। ਉਹਨੂੰ ਬਿਠਾਈ ਦਾ ਨਾਲ, ਉਹਨੂੰ ਅਗਰ ਹੋ ਸਕੇ ਟ੍ਰੇਨਿੰਗ ਵੀ ਦੇਈ ਦੀ ਇੱਥੇ ਆਪਾਂ ਉਹਨੂੰ, ਕਿ ਅਗਰ ਜ਼ਰੂਰਤ ਹੈ ਤਾਂ ਨਾਲ ਬੰਦੇ ਦੇ ਆਪਣੇ ਦੇ ਭੇਜ ਕੇ, ਡਰਾਈਵਰ ਦੇ ਭੇਜ ਕੇ ਉਹਨੂੰ ਦੱਸੀ ਜਾ ਕੇ ਸਾਰੀ ਪ੍ਰੋਪਰ ਤਰੀਕੇ ਨਾਲ ਇਹਨੂੰ ਸਮਝਾਓ ਸਾਰੀ ਗੱਲਬਾਤ, ਕਿ ਇਹਨੂੰ ਕੋਈ ਪ੍ਰੋਬਲਮ ਨਾ ਆਵੇ ਫਿਊਚਰ ਦੇ ਵਿੱਚ। ਬਿਲਕੁਲ। ਪਰ ਥੋੜ੍ਹੀ ਜਲਦਬਾਜ਼ੀ ਕਰਨ ਵਾਲੇ ਜਿਹੜੇ ਹੈਗੇ ਆਪਣੇ ਭਾਈ ਆਪਣੇ ਥੋੜ੍ਹੇ, ਉਹ ਕਦੇ ਨਾ ਕਦੇ ਮਤਲਬ ਗਲਤੀ ਕਰ ਜਾਂਦੇ ਆ, ਪਰ ਮੋਸਟਲੀ ਜਿਹੜੇ ਬੰਦੇ ਹੈਗੇ ਆਪਣੇ ਪੰਜਾਬੀ ਉਹ ਜੰਮਦੇ ਹੀ ਡਰਾਈਵਰ ਆ ਜੀ ਸਹੀ ਦੇ ਵਿੱਚ। ਤਾਂ ਸ਼ੁਰੂ ਦੇ ਵਿੱਚ ਆਪਣੇ ਇੰਡੀਆ ਦੇ ਬੱਚੇ ਤੁਹਾਨੂੰ ਪਤਾ ਹੀ ਆ, ਉੱਥੇ ਦਾ ਡਰਾਈਵਰ ਹੀ ਹੈਗੇ ਸਾਰੇ ਆਪਣੇ, ਅਤੇ ਬਹੁਤ ਆਪਣੇ ਬੰਦਿਆਂ ਨੂੰ ਮੰਨਿਆ ਜਾਂਦਾ ਵੈਸੇ ਇੱਥੇ USA ਦੇ ਵਿੱਚ ਕਿ ਇੰਡੀਅਨ ਜਿਹੜੇ ਹੈਗੇ ਆ ਬਹੁਤ ਪਰਫੈਕਟ ਡਰਾਈਵਰ ਆ, ਜਿਹੜੇ ਕਦੇ ਮਤਲਬ ਗਲਤੀ ਨਹੀਂ ਕਰਦੇ ਔਰ ਬਹੁਤ ਧਿਆਨ ਨਾਲ ਟਰੱਕ ਚਲਾਉਂਦੇ ਆ ਜੀ ਮਤਲਬ। ਹਾਂਜੀ। ਸੋ ਜਾਂਦੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਇਸ ਇੰਡਸਟਰੀ 'ਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਕਹਿਣਾ ਹਰ ਇੱਕ ਦੀ ਮਰਜ਼ੀ ਆਪਣੀ ਆਪਣੀ ਆ, ਸਾਡੀ ਤਾਂ ਕੋਸ਼ਿਸ਼ ਹੁੰਦੀ ਆ ਕਿਉਂਕਿ ਅਸੀਂ ਇਹਦੇ ਵਿੱਚ 25-30 ਸਾਲ ਨਿਗਾਹਤੇ ਆ ਇਸ ਇੰਡਸਟਰੀ ਵਿੱਚ, ਅਤੇ ਇੰਡਸਟਰੀ ਚੇਂਜ ਹੁੰਦੀ ਅਸੀਂ ਦੇਖੀ ਆ ਬਹੁਤ, ਅਤੇ ਅੱਗੇ ਵੀ ਚੇਂਜ ਹੁੰਦੀ ਜਾਣੀ ਇਹ। ਪਰ ਜਿਹਨੇ ਵੀ ਇਸ ਟਰੈਕਿੰਗ ਵਿੱਚ ਆਉਣਾ ਹੈਗਾ ਪੂਰੀ ਪ੍ਰੋਪਰ ਤਿਆਰੀ ਕਰਕੇ ਆਓ, ਸਹੀ ਤਰੀਕੇ ਨਾਲ ਕੰਮ ਕਰੋ, ਕੋਸ਼ਿਸ਼ ਕਰੋ ਕਿ ਤੁਸੀਂ ਲੌਂਗ ਟਰਮ ਲਈ ਕੰਮ ਕਰਨਾ, ਇਹ ਸੋਚ ਕੇ ਆਓ। ਮਤਲਬ ਸ਼ਾਰਟ ਟਾਈਮ ਵਾਲਾ ਪੈਸਾ ਨਹੀਂ ਹੈ ਇਹ। ਜਿਹੜੀ ਇੰਡਸਟਰੀ ਹੈ ਇਹ ਬਹੁਤ ਜਲਦੀ ਚੇਂਜ ਹੁੰਦੀ, ਜਿਸ ਤਰ੍ਹਾਂ ਹੁਣ ਇਹ 6 ਮਹੀਨੇ ਵਿੱਚ ਹੀ ਬਹੁਤ ਬਦਲਾਅ ਆਇਆ ਜੀ। ਇੱਥੇ ਪਹਿਲਾਂ ਜੀ ਲੋਕਾਂ ਨੇ ਬਹੁਤ ਪੈਸਾ ਬਣਾਇਆ, ਉਹਨੂੰ ਦੇਖਦੇ ਹੋਏ ਉਹਨਾਂ ਨੇ ਬਹੁਤ ਟਰੱਕ ਲੈ ਲਏ। ਉਹ ਟਰੱਕ ਲੈਣ ਤੋਂ ਬਾਅਦ ਹੁਣ ਕੀ ਹੋ ਗਿਆ ਕਿ ਪ੍ਰਾਈਸਾਂ ਲੋਡਾਂ ਦੀਆਂ ਡਿੱਗ ਪਈਆਂ ਜੀ, ਫਿਊਲ ਉੱਪਰ ਚਲਾ ਗਿਆ, ਵਿੱਚ ਪੈਸਾ ਕੋਈ ਨਿਕਲਦਾ ਨਹੀਂ ਹੈ, ਪ੍ਰੋਫਿਟ ਹੈ ਨਹੀਂ ਹੈ, ਅਤੇ ਹੁਣ ਉਹ ਟਰੱਕ ਪਾਰਕ ਕਰ ਦਿੱਤੇ ਆ। ਹੁਣ ਜਿਹੜਾ ਖਰਚਾ ਤਾਂ ਉਹ ਨਹੀਂ ਪੈ ਰਿਹਾ ਉਹਨਾਂ ਨੂੰ, ਬਿਲਕੁਲ ਉਹ ਜਿੰਨਾ ਕਮਾਇਆ ਸੀ ਉਹ ਮਾਈਨਸ ਵਿੱਚ ਜਾ ਰਿਹਾ। ਸੋ ਇਹ ਗਲਤੀਆਂ ਤਾਂ ਹੁੰਦੀਆਂ ਰਹਿੰਦੀਆਂ, ਪਰ ਇਸ ਚੀਜ਼ ਨੂੰ ਪਹਿਲਾਂ ਹੀ ਅਗਰ ਕੰਟਰੋਲ ਕੀਤਾ ਜਾਵੇ, ਅਗਰ ਕੋਸ਼ਿਸ਼ ਕੀਤੀ ਜਾਵੇ ਕਿ ਸਾਰਾ ਕੁਛ ਲੈ ਕੇ ਜਿਹਨੂੰ ਬਾਈ ਦਾ ਬੁੱਕ ਕੀਤਾ ਜਾਵੇ, ਅਤੇ ਮੈਨੂੰ ਨਹੀਂ ਲੱਗਦਾ ਪ੍ਰੋਬਲਮ ਆਊਗੀ। ਬਸ ਇਹੀ ਕਹਿਣਾ ਚਾਹੁੰਦੇ ਜੀ। ਬਾਕੀ ਮਿਹਨਤ ਕਰਨੀ ਹੈ ਜੀ, ਸਾਰਿਆਂ ਨੇ ਮਿਹਨਤ ਕਰੋ, ਅਤੇ ਜਿੰਨਾ ਫਾਲਤਾ ਉੱਪਰ ਵਾਲੇ ਬਿਲਕੁਲ, ਕਿਉਂਕਿ ਨੁਕਸਾਨ ਨਾ ਹੋਵੇ ਇਹਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਬੌਬੀ ਸਿੱਧੂ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ, ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਬੌਬੀ ਸਿੱਧੂ ਵਰਗੇ ਜਿਹੜੇ ਐਕਸਪੀਰੀਅੰਸ ਲੋਕ ਹੁੰਦੇ ਨੇ, ਤਜਰਬੇਕਾਰ ਲੋਕ ਹੁੰਦੇ ਨੇ, ਖੁੱਲ੍ਹ ਕੇ ਆਪਣੇ ਵਿਚਾਰ ਦੱਸਦੇ ਨੇ ਔਰ ਨੌਜਵਾਨਾਂ ਨੂੰ ਇੱਕ ਸਹੀ ਰਾਹ 'ਤੇ ਪਾਉਂਦੇ ਨੇ। ਕਿਉਂਕਿ ਜਿਵੇਂ ਇਹਨਾਂ ਨੇ ਕਿਹਾ ਕਿ ਬਹੁਤ ਚੰਗਾ ਹੋਏਗਾ ਜੇਕਰ ਤੁਸੀਂ ਇਹ ਸੋਚ ਕੇ ਆਓ ਕਿ ਤੁਸੀਂ ਲੰਬੀ ਦੌੜ ਖੇਡਣੀ ਹੈ, ਛੋਟੀ ਦੌੜ ਨਹੀਂ ਖੇਡਣੀ।
ਲੰਬੀ ਦੌੜ ਦੇ ਵਿੱਚ ਹੀ ਮੁਨਾਫਾ ਹੁੰਦਾ ਹੈ ਔਰ ਜੇਕਰ ਤੁਸੀਂ ਸ਼ਾਰਟ ਟਰਮ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਨੁਕਸਾਨ ਹੀ ਹੋ ਸਕਦਾ ਹੈ। ਸੋ ਫਿਲਹਾਲ ਇਹ ਸੀ ਸਾਡਾ ਅੱਜ ਦਾ ਦ ਬਿਗ ਪੁਆਇੰਟ। ਮੈਨੂੰ ਯਾਨੀ ਭਲੰਦਰ ਸਿੰਘ ਮਾਨੀ ਨੂੰ ਦਿਓ ਇਜਾਜ਼ਤ। ਅਗਲੇ ਹਫਤੇ ਇੱਕ ਖਾਸ ਹੋਰ ਮੁੱਦੇ ਦੇ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ।